ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਤੀਜਾ। ਜੁਗ ਚਾਰੇ ਤਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਨਿਚਲ ਰਾਜ ਸਦਾ ਹਰਿ ਕੇਰਾ, ਤਿਸ ਬਿਨ ਅਵਰ ਨ ਕੋਈ ਰਾਮ। ਜੁਗ ਚਾਰੇ ਤਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨ ਹੋਈ ਰਾਮ। ਨਿਚਲ ਰਾਜ ਸਦਾ ਹਰਿ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਤਿਸ ਬਿਨ ਅਵਰ ਨਾ ਕੋਈ, ਸਦਾ ਸਚ ਸੋਈ। ਗੁਰਮੁਖ ਏਕੋ ਜਾਣਿਆ, ਤਨ ਪਿਰ ਮੇਲਾਵਾ ਹੋਆ। ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰਿ ਪਾਇਆ। ਬਿਨ ਹਰਿ ਨਾਵੈ ਮੁਕਤ ਨ ਹੋਈ। ਨਾਨਕ ਕਾਮਣ ਕੰਤੈ ਰਾਵੇ, ਮਨ ਮਾਨਿਐ ਸੁਖ ਹੋਈ। ਸਾਧਨ ਬਾਲੀ ਧੁਰ ਮੇਲੀ, ਮੇਰੈ ਪ੍ਰਭ ਆਪ ਮਿਲਾਈ ਰਾਮ। ਗੁਰਮਤੀ ਕਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ। ਪ੍ਰਭ ਰਵ ਰਹਿਆ ਸਭ ਥਾਈ, ਮਨ ਵਸਾਈ। ਪੂਰਬ ਲਿਖਿਆ ਪਾਇਆ, ਸਿਜ ਸੁਖਾਲੀ ਮੇਰੇ ਪ੍ਰਭ ਪਾਣੀ। ਸਚ ਸ਼ਿੰਗਾਰ ਬਣਾਇਆ, ਕਾਮਣ ਨਿਰਮਲ ਹਉ ਮੈਂ ਮਲ ਹੋਈ। ਗੁਰਮਤਿ ਸਚ ਸਮਾਈ, ਨਾਨਕ ਆਪ ਮਿਲਾਈ ਕਰਤੈ। ਨਾਮ ਨਵੈ ਨਿਧ ਪਾਈ। ਨਾਨਕ ਕਾਮਣ ਨਿਰਮਲ ਹਉ ਮੈਂ ਮਲ ਖੋਈ। ਗੁਰਮਤਿ ਸਚ ਸਮਾਈ, ਨਾਨਕ ਆਪ ਮਿਲਾਈ ਕਰਤੈ। ਨਾਮ ਨਵੈ ਨਿਧ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਨਵਾਜ਼ਿਸ਼ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਆਪ ਇਸ ਵਰਚੁਅਲ ਕੰਗਰੀਗੇਸ਼ਨ ਦਾ ਪਾਰਟ ਹੋ। ਸਕਰੀਨ ਰਾਹੀਂ, ਟੈਲੀਵਿਜ਼ਨ ਰਾਹੀਂ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਾਲ ਸਾਂਝ ਬਣਾਉਣ ਦਾ ਆਪ ਨੂੰ ਇਹ ਸ਼ੁਭ ਅਵਸਰ ਪ੍ਰਾਪਤ ਹੋ ਰਿਹਾ ਹੈ। ਜੀਵਨ ਦੀ ਮਸਰੂਫੀਅਤ ਵਿੱਚੋਂ ਸਮਾਂ ਕੱਢ ਕੇ ਸ਼ਬਦ ਨਾਲ ਸਾਂਝ ਪਾ ਰਹੇ ਹੋ।
ਵਡਭਾਗੀ ਹੋ। ਅਜੇ ਹੁਣੇ ਗੁਰਬਾਣੀ ਕੀਰਤਨ ਆਪ ਸਰਵਨ ਕਰ ਰਹੇ ਸੀਗੇ। ਰੀਜਨ ਮਨ ਮਾਧਿਓ ਸਿਉ ਲਾਈ ਹੈ, ਚਤੁਰਾਈ ਨਾ ਚਤੁਰਭੁਜ ਪਾਈ ਹੈ। ਮੁਕਾਮੀ ਸ਼ਬਦ ਗਾਉਂਦਿਆਂ ਹੋਇਆਂ ਰਾਗੀ ਵੀਰਾਂ ਨੇ ਕੀਰਤਨ ਦਾ ਸਮਾਪਨ ਕੀਤਾ। ਅਗਲੇਰੇ ਸਮੇਂ ਦੇ ਵਿੱਚ ਗੁਰਸ਼ਬਦ ਵਿਆਖਿਆ ਹੈ। ਸੂਹੀ ਰਾਗ ਦੀ ਰਚਨਾ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਸੰਦੇਸ਼ ਅਸੀਂ ਛੰਤਾਂ ਦੇ ਰੂਪ ਵਿੱਚ ਵਿਚਾਰਦੇ ਹਾਂ। ਮੁਸਲਸਲ ਵਿਚਾਰਦਿਆਂ ਹੋਇਆਂ ਇਸ ਛੰਤ ਦਾ ਆਖਰੀ ਪਦਾ ਅੱਜ ਵਿਚਾਰਨਾ ਹੈ। ਬਚਨ ਪ੍ਰਾਰੰਭ ਕਰਦੇ ਹਾਂ ਜੋ 4 ਨੰਬਰ ਬੰਦ ਹੈ ਇਸ ਪਾਵਨ ਸ਼ਬਦ ਦਾ। ਗੁਰੂਦੇਵ ਜ਼ਿਕਰ ਕਰਦੇ ਨੇ, ਸਾਤ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ। ਸਾਤ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ। ਪਿਛਲੇ ਪਦਿਆਂ ਦੇ ਵਿੱਚ ਵਿਚਾਰ ਕਰਦਿਆਂ ਅਸੀਂ ਜੋ ਅਹਿਸਾਸ ਕੀਤਾ ਹੈ ਉਹਦੇ ਸਾਨੂੰ ਪਤਾ ਲੱਗਾ ਹੈ ਕਿ ਗੁਰੂ ਸਾਹਿਬ ਧਨ ਦੀ, ਕਾਮਣ ਦੀ, ਬਾਲੜੀ ਦੀ ਗੱਲ ਕਰ ਰਹੇ ਨੇ। ਇਹ ਇੱਕ ਮੈਟਾਫੋਰ ਹੈਗਾ ਜੀਵ ਇਸਤਰੀ ਦਾ, ਜਿਸ ਨੂੰ ਅਸੀਂ ਜੀਵਾਤਮਾ ਦੇ ਰੂਪ ਵਿੱਚ ਦੇਖਦੇ ਹਾਂ। ਜਿਹੜੀ ਸਾਡੀ ਜਿੰਦ ਹੈ, ਜਿਹੜਾ ਸਾਡਾ ਅਸਲ ਜੀੜਾ ਆ, ਉਹਦੀ ਬਾਤ ਹੋ ਰਹੀ ਹੈ। ਫੈਮਿਨਨ ਜੈਂਡਰ ਦੇ ਤੌਰ ਤੇ ਉਹਨੂੰ ਐਡਰੈਸ ਕਰਦੇ ਹਾਂ। ਇਹਦੇ ਲਈ ਮਨੁੱਖ ਨੋ ਡਾਊਟ ਚੰਗਾ ਹੋਣਾ ਚਾਹੁੰਦਾ ਹੈ, ਚੰਗਾ ਬਣਨਾ ਚਾਹੁੰਦਾ ਹੈ। ਧਰਤੀ ਤੇ ਮਾੜੇ ਤੋਂ ਮਾੜਾ ਬੰਦਾ, ਮਾੜੇ ਤੋਂ ਮਾੜਾ ਮੀਨ ਜਿਹਦੇ ਕਰਮ ਮਾੜੇ ਨੇ, ਅਮਲ ਮਾੜੇ ਨੇ, ਤੇ ਕਰਮ ਤੇ ਅਮਲ ਮਾੜੇ ਨੇ ਕੁਛ ਕਮਜ਼ੋਰੀਆਂ ਕਰਕੇ, ਜਿਨ੍ਹਾਂ ਦੇ ਵਿੱਚ ਲਾਲਚ ਹੈ, ਜਿਨ੍ਹਾਂ ਦੇ ਵਿੱਚ ਸਵਾਰਥ ਆ, ਜਿਨ੍ਹਾਂ ਦੇ ਵਿੱਚ ਹਵਸ ਆ, ਜਿਨ੍ਹਾਂ ਦੇ ਵਿੱਚ ਹੰਕਾਰ ਆ, ਕ੍ਰੋਧ ਆ। ਦੇਰ ਆਰ ਸੋ ਮੈਨੀ ਅਦਰ ਫੈਕਟਰਸ। ਉਹ ਕਿਸੇ ਤਰੀਕੇ ਨਾਲ ਬੰਦੇ 'ਤੇ ਆਪਣਾ ਇਨਫਲੂਐਂਸ, ਆਪਣਾ ਪ੍ਰਭਾਵ ਪਾਉਂਦੇ ਅਤੇ ਬੰਦੇ ਨੂੰ ਲੀਡ ਕਰਦੇ ਟੂਵਰਡ ਬੈਡ ਚੋਇਸਿਸ। ਇਹੀ ਗੁਨਾਹਗਿਰੀ ਹੁੰਦੀ ਹੈ। ਹੁਣ ਉਹ ਕੰਮ ਤੇ ਮਾੜੇ ਕਰਦੇ, ਪਰ ਖਾਉਂਦੇ ਕੀ? ਚੰਗੇ, ਵਧੀਆ, ਭਲੇ। ਸਪੋਜ਼ ਮਤਲਬ ਆਪਾਂ ਅੱਜ ਵੀ ਮੀਡੀਆ 'ਚ ਬੜੀ ਗੱਲ ਹੁੰਦੀ ਰਹੀ, ਪਿਛਲੇ ਵੀ ਸਮੇਂ 'ਚ 2-3 ਦਿਨਾਂ ਤੋਂ ਲਗਾਤਾਰ ਜਿਹੜਾ ਅਮਰੀਕਾ 'ਚ ਇੰਸੀਡੈਂਟ ਹੋਇਆ। ਜੇ ਆਪਾਂ ਉਹਨਾਂ ਜਿਹੜੇ ਇੱਕ ਤਰ੍ਹਾਂ ਦੇ ਨਾਲ ਟਰਬਲ ਕ੍ਰੀਏਟਰ ਗਰੁੱਪ ਉੱਥੇ ਆਇਆ, ਇੱਕ ਮੈਸਿਵ ਲੈਵਲ 'ਤੇ ਵਾਇਲੈਂਟ ਬਿਹੇਵੀਅਰ ਉਸ ਰੂਪ ਵਿੱਚ ਕੀਤਾ, ਜੇ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਵੇਖੀਏ ਤੇ ਦੇ ਆਰ ਕਾਈਂਡ ਆਫ ਸੇਵੀਅਰ ਆਫ ਡੈਮੋਕ੍ਰੇਸੀ। ਉਹ ਕਹਿੰਦੇ ਅਸੀਂ ਤਾਂ ਮੁਲਕ ਨੂੰ ਬਚਾ ਰਹੇ ਹਾਂ, ਅਸੀਂ ਤਾਂ ਬਚਾਉਣ ਵਾਸਤੇ ਆਏ ਹਾਂ। ਜੇ ਉਹਨਾਂ ਨੂੰ ਤੁਸੀਂ ਇਹ ਕਹੋਗੇ ਕਿ ਯੂ ਗਾਇਜ਼ ਆਰ ਐਂਟੀ ਸੋਸ਼ਲ, ਉਹ ਕਹਿਣਗੇ ਹੱਦ ਹੋ ਗਈ, ਤਾਂ ਸੁਸਾਇਟੀ ਤਾਂ ਅਸੀਂ ਬਚਾ ਰਹੇ ਹਾਂ। ਯੂ ਗਾਇਜ਼ ਆਰ ਡੂਇੰਗ ਸਮਥਿੰਗ ਇਲੀਗਲ, ਉਹ ਕਹਿੰਦੇ ਹੱਦ ਹੋ ਗਈ। ਲੀਗਲ ਸਿਸਟਮ ਦੇ ਵਿੱਚ ਕੋਈ ਗਲਤ ਬੰਦਾ ਨਾ ਵੜ ਜਾਏ, ਅਸੀਂ ਆਪਣੇ ਅਸੀਂ ਤਾਂ ਉਸ ਕੰਮ ਕਰ ਰਹੇ ਹਾਂ। ਸੋ ਇਹ ਹੈ ਕਿ ਬੰਦਾ ਭਾਵੇਂ ਮਾੜਾ ਐਕਟ ਵੀ ਕਰ ਰਿਹਾ, ਮਾੜਾ ਕੰਮ ਵੀ ਕਰ ਰਿਹਾ, ਪਰ ਉਹਨੂੰ ਡਿਫਾਈਨ ਤੇ ਡਿਫੈਂਡ ਕਰਦਾ ਪੂਰੀ ਤਰ੍ਹਾਂ। ਤੇ ਡਿਫਾਈਨ ਕਰਦਾ ਕਿ ਬੜਾ ਵਧੀਆ ਕੰਮ ਹੈ, ਡਿਫੈਂਡ ਕਰਦਾ ਵੀ ਯੈਸ ਵਟ ਐਵਰ ਆਈ ਐਮ ਡੂਇੰਗ ਇਟਸ ਰਾਈਟ। ਸੋ ਇਹ ਮੁੱਢ ਕਦੀਮੀ ਬੰਦੇ ਦੀ ਫਿਤਰਤ ਹੀ ਬਿਰਤੀ ਰਹੀ। ਇਹਦੇ ਵਿੱਚ ਇਹ ਹੈ ਕਿ ਡੈਫੀਨੇਟਲੀ ਜੋ ਮਨੁੱਖ ਕਿਸੇ ਮਾੜੇ ਪਾਸੇ ਜਾ ਕੇ ਕੋਈ ਫੇਮ ਲੈਂਦਾ ਆ, ਕੁਛ ਲੈਂਦਾ, ਕਈ ਵਾਰ ਤਾਂ ਸਟੱਡੀਜ਼ ਆਈਆਂ ਨੇ ਕਿ ਉਹ ਐਕਚੁਅਲੀ ਕੁਝ ਕਰਨਾ ਚਾਹੁੰਦਾ ਆ, ਪਰ ਚੰਗਾ ਕਰਨ ਦਾ ਮੌਕਾ ਨਹੀਂ ਬਣਿਆ, ਮਾੜਾ ਕਰਨ ਲੱਗ ਗਿਆ। ਮਸ਼ਹੂਰ ਹੋਣਾ ਚਾਹੁੰਦਾ ਸੀਗਾ, ਕਿਸੇ ਚੰਗੇ ਪਾਸਿਓਂ ਮਸ਼ਹੂਰੀ ਨਹੀਂ ਮਿਲੀ, ਮਾੜਾ ਚੂਜ਼ ਕਰ ਲਿਆ। ਸੋ ਇਹ ਹੈ ਕਿ ਉਸ ਬਦੀ ਨੂੰ, ਉਸ ਬਦਨਾਮ, ਨਾਮ ਤੇ ਹੈ ਪਰ ਬਦੀ ਗੋਚਰੇ ਹੈ, ਲੈ ਲਿਆ। ਸੋ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਬੰਦੇ ਦੇ ਮੌਲਿਕ ਜਿਹੜਾ ਉਹਦੇ ਜੀਵਨ ਵਿਹਾਰ ਦੇ ਵਿੱਚ ਜਿਹੜੀ ਬਦਬਖਤੀਅਤ ਹੈ, ਜਿਹੜੀ ਖਾਸ ਕਰਕੇ ਇਹ ਸਭ ਚੀਜ਼ ਆ, ਇਸ ਨੂੰ ਉਹਦਾ ਆਪਣਾ ਕੌਨਸ਼ੀਅਸ ਵੀ ਉਹਨੂੰ ਅਲਾਓ ਨਹੀਂ ਕਰਦਾ। ਉਹਦੀ ਆਪਣੀ ਕੌਨਸ਼ੀਅਸ, ਉਹਦੀ ਆਪਣੀ ਚੇਤਨਾ ਦੇ ਵਿੱਚ ਵੀ ਇਹਦੇ ਪ੍ਰਤੀ ਬੜਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਇੱਕ ਕਸ਼ਮਕਸ਼, ਇੱਕ ਸੰਘਰਸ਼, ਇੱਕ ਡਾਇਲੇਮਾ ਅੰਦਰ ਚੱਲਦਾ ਉਸ ਰੂਪ ਦੇ ਵਿੱਚ। ਫਿਰ ਕਈ ਵਾਰ ਇਹ ਵੀ ਹੁੰਦਾ ਹੈ, ਇੱਕ ਤਾਂ ਐਕਸਟ੍ਰੀਮ ਲੈਵਲ 'ਤੇ ਆ ਗਿਆ, ਇੱਕ ਆਇਆ ਥੋੜ੍ਹੇ ਘੱਟ ਲੈਵਲ 'ਤੇ,
ਜਿਹੜਾ ਐਕਸਟ੍ਰੀਮ ਤੇ ਗਿਆ ਨੋ ਡਾਊਟ ਉਹਦੇ ਲਈ ਤੇ ਸ਼ਾਇਦ ਚਾਰਾ ਨਾ ਹੋਏ ਵਾਪਸ ਮੁੜ ਸਕਣ ਦਾ, ਪਰ ਜਿਹੜਾ ਥੋੜ੍ਹੇ ਘੱਟ ਲੈਵਲ ਤੇ ਰਿਹਾ ਗੁਨਾਹ ਦੀ ਦੁਨੀਆ ਦੇ ਵਿੱਚ, ਔਗੁਣਾਂ ਦੀ ਦੁਨੀਆ ਦੇ ਵਿੱਚ, ਉਹ ਸੋਚਦਾ ਕਿ ਮੈਂ ਵਾਪਸੀ ਕਰਾਂ ਤੇ ਕਿਵੇਂ ਕਰਾਂ, ਜਾਂ ਜਿਹੜੇ ਚੰਗੇ ਕੰਮ ਕਰ ਪਾਉਂਦੇ ਉਹਨਾਂ ਨਾਲ ਕੰਪੈਰੀਜ਼ਨ ਕਰਦਾ ਤੇ ਫਿਰ ਕਈ ਵਾਰੀ ਗਿਲਟ ਫੀਲ ਕਰਦਾ ਕਿ ਮੈਂ ਕਿਉਂ ਨਹੀਂ ਉੱਥੇ ਖੜਾ। ਇਸ ਸਾਰੇ ਦੇ ਬਾਰੇ, ਹਾਲਾਂਕਿ ਜੋ ਅਸੀਂ ਗੱਲ ਕਰ ਰਹੇ ਹਾਂ ਸਾਰੇ ਦੀ ਸਾਰੀ ਇੱਕ ਤਰ੍ਹਾਂ ਦੀ ਇੱਕ ਜਿਹਨੂੰ ਕਿਹਾ ਜਾ ਰਹੱਸਮਈ ਦੁਨੀਆ, ਮਿਸਟਿਕ ਦੁਨੀਆ ਆ। ਇਹਦਾ ਕੋਈ ਇੱਕ ਸਟੇਟ ਫਾਰਵਰਡ ਆਨਸਰ ਤੁਹਾਨੂੰ ਕਿਸੇ ਲੈਵਲ ਤੇ ਨਹੀਂ ਮਿਲੇਗਾ। ਪਰ ਜਦੋਂ ਗੁਰਬਾਣੀ ਗੁਰਮਤਿ ਨੂੰ ਪੜ੍ਹਦੇ ਆ, ਗੁਰਬਾਣੀ ਜਿਵੇਂ ਆਹੀ ਸ਼ਬਦ ਆ ਸਾਹਿਬ ਜ਼ਿਕਰ ਕਰ ਰਹੇ ਇਹਦੇ ਵਿੱਚ ਕਿ ਭਾਈ ਸਾਤਨ ਬਾਲੀ ਧੁਰ ਮੇਲੀ, ਧੁਰ ਪੂਰਬ ਲਿਖੇ ਦੀ ਗੱਲ ਵੀ ਆਏਗੀ ਇਹਦੇ 'ਚ। ਜਿਹੜਾ ਹੁਣ ਧੁਰ ਦਾ, ਪੂਰਬ ਲਿਖੇ ਦਾ, ਇਹ ਸਾਰਾ ਚੈਪਟਰ ਗੁਰੂ ਬਾਬਾ ਜੀ ਖੋਲ੍ਹਦੇ ਬਾਣੀ ਦੇ ਵਿੱਚ ਸਭ। ਤੇ ਕਈ ਵਾਰ ਇਸ ਚੀਜ਼ ਨੂੰ ਲੋਕ ਕਹਿੰਦੇ ਵੀ ਕਿ ਇਹ ਕੀ ਬਾਤ ਆ। ਅੱਜ ਤੇ ਸਾਇੰਟੀਫਿਕਲੀ ਸਟੱਡੀਜ਼ ਆਈਆਂ ਨੇ ਕਿ ਜਿਹੜੀ ਸਾਡੀ ਡੈਸਟਨੀ ਹੈ, ਆਈਦਰ ਵੀ ਹੈਵ ਅ ਫ੍ਰੀ ਡੈਸਟਨੀ ਔਰ ਇਟਸ ਪ੍ਰੀ ਡਿਟਰਮਿਨਡ। ਸਾਡਾ ਜੋ ਹੋਣੀ ਹੈ ਸਾਡੀ, ਉਹ ਪਹਿਲਾਂ ਤੋਂ ਤੈਅ ਆ ਕਿ ਅਸੀਂ ਇਸ ਦੇ ਉੱਤੇ ਆਪਣਾ ਕੁਝ ਰੋਲ ਵੀ ਅਦਾ ਕਰਨਾ ਹੈ। ਇਹਦੇ ਬਾਬਤ ਸਟੱਡੀਜ਼ ਤੇ ਦੱਸਦੀਆਂ ਨੇ ਕਿ ਮੋਸਟਲੀ ਸਾਡਾ ਰੋਲ ਜਿਹੜਾ ਆ ਆਲਰੇਡੀ ਪ੍ਰੀ ਡਿਟਰਮਿਨਡ ਆ, ਕਿਉਂਕਿ ਜਿਸ ਤਰੀਕੇ ਦੇ ਬੰਦੇ ਨੂੰ ਸਪੋਜ਼ ਸਿੰਪਲ ਐਬਿਲਿਟੀ ਤੇ ਬਾਤ ਕੀਤੀ ਜਾਏ, ਇੱਕ ਜੈਨੇਟਿਕ ਮੇਕਅਪ ਹੈ ਸਾਡਾ, ਇੱਕ ਫਿਜ਼ੀਕਲ ਸਟਰਕਚਰ ਸਾਨੂੰ ਮਿਲਿਆ ਹੈ, ਇੱਕ ਸਾਨੂੰ ਜੋ ਸਾਡੀ ਨਿਊਰੋ ਐਬਿਲਿਟੀ ਹੈ ਜਾਂ ਨਿਊਰੋ ਪਾਵਰ ਆ, ਸਾਡੀ ਜਿਹੜੀ ਨਿਊਰੋ ਸਮਰੱਥਾ ਆ ਦਿਮਾਗੀ ਤੌਰ 'ਤੇ ਉਹ ਮਿਲੀ ਹੈ। ਫਿਰ ਸਾਨੂੰ ਇੱਕ ਖਾਸ ਕਿਸਮ ਦਾ ਕੋਗਨੀਟਿਵ ਲੈਵਲ ਮਨ ਤੇ ਉਹਨਾਂ ਦੋਨਾਂ ਦੇ ਵਿੱਚ ਸਾਂਝ ਰੱਖਣ ਵਾਲਾ ਉਹ ਮਿਲਿਆ ਹੈ। ਇਹਦੇ ਨਾਲ ਮਦਰ ਨੇਚਰ ਨੇ ਤੈਅ ਕੀਤਾ ਕਿੱਥੇ ਬਰਥ ਹੋਣਾ ਹੈ, ਕਿੱਥੇ ਇਸ ਕਿਸਮ ਦੇ ਨਾਲ। ਸੋ ਆਲੇ ਦੁਆਲੇ ਦਾ ਐਨਵਾਇਰਮੈਂਟ ਵੀ ਉਹ ਉੱਧਰੋਂ ਡਿਟਰਮਿਨਡ ਹੋ ਕੇ ਮਿਲ ਗਿਆ। ਫਰੀ ਤੇ ਕੁਛ ਵੀ ਨਹੀਂ ਰਹਿ ਗਿਆ ਫਿਰ। ਹਾਂ, ਉਹਦੇ ਵਿੱਚ ਜਿਹੜੀਆਂ ਚੋਇਸਿਸ ਨੇ ਉਹ ਹੈਗੀਆਂ ਨੇ, ਪਰ ਜਿਸ ਜੈਨੇਟਿਕ ਮੇਕਅਪ ਨਾਲ, ਜਿਸ ਨਿਊਰੋ ਤੋਂ ਸਾਰੀ ਵਾਇਰਿੰਗ ਦੇ ਨਾਲ, ਜਿਨ੍ਹਾਂ ਟ੍ਰੇਟਸ ਦੇ ਨਾਲ, ਮਨ ਦੀ ਬਿਰਤੀ ਦੇ ਨਾਲ ਆ ਰਹੇ ਆ, ਉਹਦੇ ਚੋਇਸਿਸ ਬੰਦੇ ਦੀਆਂ ਨਹੀਂ ਬਦਲਦੀਆਂ। ਉਹਨਾਂ ਕਿਹਾ ਕਿ ਸੇਮ ਤਰ੍ਹਾਂ ਦੇ ਜੈਨੇਟਿਕ ਮੇਕਅਪ ਨਾਲ, ਸੇਮ ਨਿਊਰੋ ਸਿਸਟਮ ਦੇ ਨਾਲ, ਸੇਮ ਤਰ੍ਹਾਂ ਦੀ ਜਿਹੜਾ ਹੈ ਸਾਰੀ ਕੋਗਨੀਸ਼ਨ ਫੰਕਸ਼ਨਿੰਗ ਦੇ ਨਾਲ ਤੁਸੀਂ ਬੰਦੇ ਨੂੰ ਸੇਮ ਐਨਵਾਇਰਮੈਂਟ 'ਚ ਪਾਓਗੇ, 50 ਵਾਰੀ ਪਾਓ, ਰਿਜ਼ਲਟ ਨਹੀਂ ਬਦਲੇਗਾ। 100 ਵਾਰੀ ਪਾਓ, ਨਹੀਂ ਬਦਲੇਗਾ। ਹਾਂ, ਇਹਨਾਂ 'ਚੋਂ ਕੋਈ ਚੀਜ਼ ਬਦਲੋ। ਬਦਲਣਾ ਇਹ ਬੜਾ ਹਾਰਡ ਆ, ਕਿਉਂਕਿ ਇਹ ਤੇ ਸਾਰਾ ਕੁਝ ਮਦਰ ਨੇਚਰ ਵੱਲੋਂ ਬਲੈਸ ਹੋ ਰਿਹਾ ਹੈਗਾ। ਇਹਦੇ ਵਿੱਚ ਫਿਰ ਕਈ ਵਾਰ ਉਹ ਕਹਿੰਦੇ ਕਿ ਸ਼ਾਇਦ ਸਾਡੇ ਕੋਲ ਕੋਈ ਚੋਇਸ ਨਹੀਂ ਬਚੀ। ਗੁਰਬਾਣੀ ਨੇ ਕੁਝ ਚੀਜ਼ਾਂ ਇਸ ਤੋਂ ਨੈਕਸਟ ਸਟੈਪ ਵਿੱਚ ਕੀਤੀਆਂ, ਜਿਹਦੇ ਬਾਰੇ ਅਜੇ ਸ਼ਾਇਦ ਹੌਲੀ ਹੌਲੀ ਓਪਨ ਮਾਈਂਡਡ ਹੋ ਕੇ ਲੋਕ ਇਸ ਚੀਜ਼ ਨੂੰ, ਕਿਉਂਕਿ ਜਿਵੇਂ ਸਿਸਟੈਮਿਕ ਹੈ, ਸਿਸਟੇਮੈਟਿਕਲੀ ਚੀਜ਼ਾਂ ਨੂੰ ਸਮਝਣਾ, ਫਿਰ ਕੁਝ ਚੀਜ਼ਾਂ ਦੇ ਵਿੱਚ ਬੰਦੇ 'ਚ ਤਬਦੀਲੀ, ਬਦਲਾਅ ਦੇ ਆਸਾਰ ਬਣਦੇ ਨੇ। ਹੁਣ ਇਹ ਹੈ ਧੁਰ ਤੋਂ ਲਿਖਿਆ ਹੋਇਆ, ਮਤਲਬ ਇਹਨੂੰ ਹੋਰ ਮੈਂ ਸਰਲ ਕਰਦਾ ਇੱਕ ਐਗਜ਼ਾਮਪਲ ਦੇ ਰੂਪ ਦੇ ਵਿੱਚ। ਸਾਡੇ ਪਿਛਲੀ ਸਦੀ ਦੇ ਵੱਡੇ ਸਕਾਲਰ, ਗੁਰਬਾਣੀ ਦੇ ਵਿਆਖਿਆਕਾਰ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਖੁਦ ਇਹ ਬਾਤ ਬਿਆਨ ਕਰਦੇ, ਉਹ ਕਹਿੰਦੇ ਕਿ ਉਹ ਦਿੱਲੀ ਕਿਸੇ ਸਮਾਗਮ ਦੇ ਵਿੱਚ ਸੀਗੇ ਤੇ ਉਹਨਾਂ ਕੋਲ ਇੱਕ ਸ਼ਖਸ ਆ ਗਿਆ, ਸ਼ਾਇਦ ਆਪਨੇ ਵੀ ਸੁਣੀ ਹੋਵੇ ਕਥਾ 'ਚੋਂ ਕਈ ਵਾਰ ਚੀਜ਼ਾਂ ਵਾਰ-ਵਾਰ ਦੁਹਰਾਉਂਦੇ। ਉਹ ਕਹਿੰਦੇ ਇੱਕ ਨੌਜਵਾਨ ਬੱਚਾ ਆ ਗਿਆ, ਕੋਈ ਪਾੜਾ ਲੱਗਦਾ ਸੀਗਾ, ਕਾਲਜ ਯੂਨੀਵਰਸਿਟੀ ਦਾ ਸਟੂਡੈਂਟ ਹੋਣਾ ਕੋਈ। ਉਹ ਆਇਆ ਤੇ ਉਹ ਬਾਹਰ ਨੂੰ ਨਿਕਲ ਰਹੇ ਨੇ ਇੱਕਦਮ, ਜਿਹੜਾ ਹੈਗਾ ਆ ਦੀਵਾਨ ਵਾਸਤੇ ਲਾਉਣ ਲਈ ਸਵੇਰ ਦੀ ਹਾਜ਼ਰੀ ਲਾਣੀ। ਉਹਨਾਂ ਨਾਲ ਕੁਝ ਸੱਜਣ ਮਿੱਤਰ ਪਿਆਰ ਕਰਨ ਵਾਲੇ ਹੁੰਦੇ ਸੀ, ਆਪਨੇ ਅਕਸਰ ਦੇਖਿਆ ਉਹਨਾਂ ਨੂੰ, ਜਦੋਂ ਟੀਵੀ ਦੇ ਜ਼ਰੀਏ ਲੋਕਾਂ ਨੇ ਉਹਦਾ ਕਾਫੀ ਪ੍ਰੋਗਰਾਮ, ਕਥਾ ਸੁਣੀ ਉਹਨਾਂ ਦੀ ਸੰਗਤਾਂ ਨੇ। ਸ਼ਾਇਦ ਇਹ ਟੀਵੀ ਸਕਰੀਨ ਦੇ ਉੱਤੇ ਉਹਨਾਂ ਦੀ ਮਕਬੂਲੀਅਤ ਉਸ ਲੈਵਲ ਦੀ ਹੋਣ ਤੋਂ ਪਹਿਲਾਂ ਦੀ ਗੱਲ ਹੈ, ਅਦਰਵਾਈਜ਼ ਉਹ ਪਹਿਚਾਣ ਲੈਂਦਾ। ਉਹ ਆਇਆ ਤੇ ਉਹਨੇ ਆ ਕੇ ਦੇਖਿਆ ਵੀ ਬਾਕੀ ਤੇ ਠੀਕ ਨਹੀਂ, ਗਿਆਨੀ ਜੀ ਇਹੀ ਲੱਗਦੇ ਨੇ, ਦਸਤਾਰ ਵਗੈਰਾ ਬੰਨੀ ਹੈ,
ਚੋਲਾ ਵਗੈਰਾ ਜਿਵੇਂ ਪਾਇਆ ਹੈਗਾ। ਉਹ ਅੱਗੇ ਆ ਕੇ ਫਤਿਹ ਬੁਲਾ ਕੇ ਕਹਿੰਦਾ ਵੀ ਆਪ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਹੋ। ਉਹ ਕਹਿੰਦੇ ਹਾਂਜੀ। ਕਹਿੰਦਾ ਜੀ ਠੀਕ ਹੈ, ਤੁਹਾਡੇ ਬਾਰੇ ਪਤਾ ਲੱਗਾ ਤੁਸੀਂ ਬੜੇ ਵੱਡੇ ਗਿਆਨ ਦੇ ਸਾਗਰ ਹੋ, ਬੜਾ ਗਿਆਨ ਹੈ ਤੁਹਾਨੂੰ, ਬੜੀ ਸੋਝੀ ਹੈ। ਅਤੇ ਉਹਨਾਂ ਕਿਹਾ ਵੀ ਬੱਚੇ ਤੂੰ ਦੱਸ ਕੀ ਗੱਲ ਹੈ, ਮੈਂ ਬਾਕੀ ਗੱਲਾਂ ਛੱਡ, ਵੀ ਇਹ ਸਭ ਕਾਹਦੇ ਲਈ ਇਹ ਸਾਰੇ ਝਮੇਲੇ 'ਚ ਪੈਣਾ ਗੱਲਾਂ ਬਾਤਾਂ ਦੇ, ਸਹੀ ਮੁੱਕਦੀ ਗੱਲ ਕਰ, ਟੂ ਦਾ ਪੁਆਇੰਟ, ਐਗਜ਼ੈਕਟਲੀ ਦੱਸ ਕੀ ਅਸਲ 'ਚ ਮਜ਼ਮੂਨ ਕੀ ਹੈ। ਉਹ ਕਹਿੰਦੇ ਜੀ ਗੱਲ ਇਹ ਹੈ, ਤੁਹਾਡੇ ਬਾਰੇ ਕਾਫੀ ਸੁਣਿਆ, ਤੁਹਾਨੂੰ ਬੜਾ ਗਿਆਨ ਹੈ, ਬੜੇ ਗਿਆਨੀ ਧਿਆਨੀ ਬੰਦੇ ਹੋ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀਗਾ ਕਿ ਕੋਈ ਕਿਸੇ ਦਾ ਮੁਸਤਕਬਲ ਵੀ ਪੜ੍ਹ ਲੈਂਦੇ ਹੋ ਥੋੜ੍ਹਾ ਬਹੁਤਾ, ਕੋਈ ਕਿਤਾਬ ਭਵਿੱਖ ਵੀ ਦੱਸ ਦਿੰਦੇ ਹੋ। ਜਦੋਂ ਉਹਨੇ ਇੱਕ ਬਾਤ ਪੁੱਛੀ ਤੇ ਜਿਹੜੇ ਆਲੇ ਦੁਆਲੇ ਸੱਜਣ ਸੀਗੇ ਉਹ ਥੋੜ੍ਹਾ ਉਹਨਾਂ ਦੇ ਚਿਹਰੇ 'ਤੇ ਸਮਾਈਲ ਆ ਗਈ। ਤਾਂ ਜਿਵੇਂ ਬੰਦਾ ਸੋਚਦਾ ਕਿ ਇਹ ਵਿਚਾਰਾ ਕਿਸੇ ਭੁਲੇਖੇ 'ਚ ਆ ਗਿਆ ਹੈਗਾ, ਇਹ ਕੋਈ ਜੋਤਿਸ਼ ਕਿਰਿਆ ਥੋੜ੍ਹਾ ਕਰਦੇ ਨੇ, ਇਹੋ ਜਿਹੀਆਂ ਚੀਜ਼ਾਂ ਥੋੜ੍ਹਾ ਇੱਥੇ ਗੁਰਬਾਣੀ ਦੀ ਗੱਲ ਕਰਦੇ, ਗਿਆਨ ਦੀ ਸੱਚ ਦੀ ਗੱਲ ਕਰਦੇ। ਖੈਰ ਇਸ ਤੋਂ ਪਹਿਲਾਂ ਕੋਈ ਹੋਰ ਇੰਟਰਵੀਨ ਕਰਦਾ, ਕੋਈ ਹੋਰ ਜਵਾਬ ਦਿੰਦਾ ਕਿ ਬੇਟਾ ਤੂੰ ਗਲਤ ਕੁਐਸਚਨ ਪੁੱਛ ਰਹੇ, ਕਥਾ ਦਾ ਟਾਈਮ ਹੋ ਰਿਹਾ, ਜਾ ਰਹੇ ਨੇ। ਉਹ ਗਿਆਨੀ ਜੀ ਨੇ ਆਪ ਹੀ ਜਵਾਬ ਦੇ ਦਿੱਤਾ। ਗਿਆਨੀ ਜੀ ਕਹਿੰਦੇ ਹਾਂ ਜੋ ਤੂੰ ਪੁੱਛ ਰਿਹਾ ਮੁਸਤਕਬਲ ਦੱਸ ਸਕਦਾ। ਉਹ ਮੁੰਡਾ ਖੁਸ਼ ਹੋ ਗਿਆ, ਲੜਕਾ ਖੁਸ਼ ਹੋ ਗਿਆ। ਉਹ ਕਹਿੰਦਾ ਵਾਹ, ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀਗਾ, ਡੈਫੀਨੇਟਲੀ ਤੁਹਾਡੇ ਬਾਰੇ ਜੋ ਸੁਣਿਆ ਉਹ ਹੋਣਾ ਚਾਹੀਦਾ ਸੀਗਾ। ਉਹ ਜਿਹੜੇ ਨਾਲ ਵਾਲੇ ਸਾਥੀ ਸੀਗੇ ਮਸਕੀਨ, ਜਦੋਂ ਨਾ ਸੋਚਿਆ ਹੱਦ ਹੋ ਗਈ, ਇੰਨੀ ਆਰਟ ਹੈ ਇਹਨਾਂ ਦੇ ਕੋਲ, ਤੇ ਅਸੀਂ ਅੱਜ ਤੱਕ ਪੁੱਛਿਆ ਹੀ ਨਹੀਂ, ਭੁਲੇਖੇ 'ਚ ਹੀ ਰਹਿ ਗਏ। ਇਹੋ ਜਿਹੀਆਂ ਬਾਤਾਂ ਬੰਦਾ ਸੋਚਦਾ ਕਈ ਵਾਰ। ਖੈਰ ਉਹ ਲੜਕਾ ਕਹਿੰਦਾ ਵੀ ਮੈਨੂੰ ਅਜੇ ਲੱਗਦਾ ਤੁਸੀਂ ਜਲਦੀ 'ਚ ਹੋ, ਅੱਜ ਕਿਤੇ ਜਾ ਰਹੇ ਹੋ, ਕੋਈ ਗੱਲ ਨਹੀਂ ਤੁਸੀਂ ਜਾਓ, ਮੈਂ ਕਿਸ ਦਿਨ ਟਾਈਮ ਕੱਢ ਕੇ ਆਵਾਂਗਾ ਅਤੇ ਫਿਰ ਬੜੀ ਫੁਰਸਤ ਦੇ ਨਾਲ, ਬੜੀ ਮਸਰੂਫੀਅਤ ਦੇ ਨਾਲ ਆਪਾਂ ਬੈਠਾਂਗੇ ਅਤੇ ਫਿਰ ਆਪਾਂ ਜਿਹੜਾ ਹੈਗਾ ਜਦੋਂ ਆਪਾਂ ਫਰੀ ਹੋਵਾਂਗੇ ਉਸ ਤਰੀਕੇ ਦੇ ਨਾਲ, ਜਦੋਂ ਤੁਸੀਂ ਬਹੁਤ ਜ਼ਿਆਦਾ ਕਿਤੇ ਬਿਜ਼ੀ ਨਹੀਂ ਹੋਵੋਗੇ, ਉਸ ਵਕਤ ਜਿਹੜਾ ਹੈ ਆਪਾਂ ਬੈਠ ਕੇ ਤੇ ਫਿਰ ਗੱਲ ਕਰਾਂਗੇ। ਉਹ ਜਦੋਂ ਇਹ ਬਾਤ ਕਹੀ ਤੇ ਉਹ ਅੱਗੋਂ ਮਸਕੀਨ ਜੀ ਦਾ ਜਵਾਬ ਇਹ ਸੀਗਾ ਵੀ ਨਹੀਂ ਬੱਚੇ, ਆਪਣਾ ਜਿਹੜਾ ਹੈਗਾ ਮੈਂ ਆਪਣਾ ਸਮਾਂ ਖਰਾਬ ਕਰੇਗਾ, ਮੇਰਾ ਵੀ ਖਰਾਬ ਕਰੇਗਾ, ਦੁਬਾਰਾ ਇਸ ਗੱਲ ਵਾਸਤੇ ਆਉਣ ਦੀ ਲੋੜ ਨਹੀਂ ਹੈ, ਇਹ ਤਾਂ ਮੈਂ ਹੁਣੀ ਦੱਸ ਦੇਣਾ। ਉਹ ਕਹਿੰਦੇ ਇੰਨੀ ਜਲਦੀ? ਕਹਿੰਦਾ ਹਾਂਜੀ। ਕਹਿੰਦੇ ਇਹ ਤਾਂ ਗੱਲ ਹੀ ਕੁਛ ਨਹੀਂ ਹੈ। ਉਹ ਕਹਿੰਦੇ ਜੋ ਕੀ ਹੈ? ਕਹਿੰਦੇ ਗੱਲ ਇਹ ਹੈ ਵੀ ਤੇਰਾ ਮੁਸਤਕਬਲ ਇੱਕ ਤੇ ਕੁਦਰਤ ਨੇ ਲਿਖਿਆ, ਉਹ ਇਹ ਹੈ ਕਿ ਤੂੰ ਇਨਸਾਨ ਬਣ ਕੇ ਧਰਤੀ ਤੇ ਪੈਦਾ ਹੋਇਆ, ਭਗਵਾਨ ਬਣ ਕੇ ਧਰਤੀ ਤੋਂ ਵਿਦਾ ਹੋਣਾ, ਇਹ ਮੁਸਤਕਬਲ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਹੈ, ਜੇ ਇਹਨੂੰ ਅਵੇਲ ਕਰ ਲੇਗਾ ਠੀਕ ਹੈ, ਅਦਰਵਾਈਜ਼ ਮਦਰ ਨੇਚਰ ਨੇ ਇਹ ਵੀ ਪੋਸੀਬਿਲਿਟੀ ਪਾਈ ਹੈ, ਇਨਸਾਨ ਬਣ ਕੇ ਧਰਤੀ ਤੇ ਪੈਦਾ ਹੋਇਆ, ਹੈਵਾਨ ਬਣ ਕੇ ਧਰਤੀ ਤੋਂ ਵਿਦਾ ਹੋਏਗਾ। ਇਹ ਡਿਪੈਂਡ ਕਰਦਾ ਤੇਰੇ ਤੇ। ਹੁਣ ਜਿਹੜੀ ਆਹ ਬਾਤ ਆ, ਹਾਲਾਂਕਿ ਬੜੀ ਮੁਹਾਵਰੇਦਾਰੀ ਦੇ ਵਿੱਚ, ਬੜੇ ਸਫਿਸਟੀਕੇਟਡ ਵੇ ਦੇ ਨਾਲ ਉਹਨਾਂ ਨੇ ਗੱਲ ਨੂੰ ਪ੍ਰੈਜ਼ੈਂਟ ਕੀਤਾ ਆ, ਪਰ ਗੱਲ ਹੈ ਸੱਚਾਈ। ਸਾਡੇ ਕੋਲ ਜਿਹੜੇ ਸਰਕਮਸਟੈਂਸਸ ਨੇ, ਐਬਿਲਿਟੀ ਹੈ, ਚੋਇਸਿਸ ਨੇ, ਇਹ ਸਾਰੇ ਦੇ ਵਿੱਚ ਜਿਸ ਚੀਜ਼ ਨੇ ਰੋਲ ਅਦਾ ਕਰਨਾ ਉਹ ਹੈ ਸੰਗਤ। ਤੁਸੀਂ ਸੰਗ ਕਿਹਦਾ ਕਰਨਾ, ਤੁਸੀਂ ਸੰਗਤ ਤੇ ਚੀਜ਼ਾਂ ਨੂੰ ਤੁਸੀਂ ਪਰਸੀਵ ਕਿਵੇਂ ਕਰਨਾ, ਉਸ ਨੂੰ ਮੈਨੀਫੈਸਟ ਕਿਵੇਂ ਕਰਨਾ, ਤੇ ਅਲਟੀਮੇਟਲੀ ਉਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ। ਮਤਲਬ ਆਪ ਦੇਖੋਗੇ ਕੋਈ ਵੀ ਧਰਤੀ ਤੇ ਚੀਜ਼ ਹੈ, ਇਹ ਡਿਪੈਂਡ ਕਰਦਾ ਤੁਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਪਰਸੀਵ ਕਰ ਰਹੇ ਹੋ। ਇਹਦੇ ਬਾਬਤ ਵੀ ਕਈ ਵਾਰੀ ਸਾਡੀ ਜਿਹੜੀ ਸੁਰਤ ਦਾ ਕਾਰਜ ਹੈ ਉਹਦੇ ਬਾਰੇ ਗੱਲ ਹੋਈ ਹੈ, ਅਤੇ ਸੁਰਤ ਦੀ ਦੁਨੀਆ ਦੇ ਵਿੱਚ ਅਸੀਂ ਕਿਵੇਂ ਚੀਜ਼ਾਂ ਪਰਸੀਵ ਕਰਦੇ ਹਾਂ, ਪ੍ਰੋਸੈਸ ਕਰਦੇ ਹਾਂ, ਫਿਰ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਇਨਵੈਸਟ ਕਰਦੇ ਹਾਂ। ਸੋ ਆਲ ਦੀਸ ਥਿੰਗਸ ਐਕਚੁਅਲੀ ਇਟਸ ਟੋਟਲ ਗੁਰਬਾਣੀ ਦਾ ਤਾਂ ਪੂਰਾ ਇੱਕ ਗ੍ਰਾਮੈਟੀਕਲੀ ਇੱਕ ਬੜੇ ਮੈਥਮੈਟਿਕਸ ਵੇ ਦੇ ਨਾਲ, ਬੜੇ ਸਾਇੰਟੀਫਿਕ ਵੇ ਨਾਲ ਗੁਰਬਾਣੀ ਸਾਰਾ ਕੁਝ ਪ੍ਰੈਜ਼ੈਂਟ ਕਰਦੀ। ਪਰ ਛੋਟੀ ਜਿਹੀ ਮੈਂ ਬੇਨਤੀ ਕਰ ਰਿਹਾ, ਹੁਣ ਸਪੋਜ਼ ਕਰੋ, ਤੇ ਇਸੇ ਲਈ ਕਹਿੰਦੇ ਨੇ ਕਿ ਜਿਹੜਾ ਇੱਕ ਸਾਈਜ਼ ਆ, ਇਟ ਡਜ਼ਨਟ ਫਿਟ ਟੂ ਆਲ, ਇਹ ਸਾਰਿਆਂ ਨੂੰ ਫਿਟ ਨਹੀਂ ਕਰਦਾ। ਜੇ ਸਾਰਾ ਕੁਦਰਤ ਦੇ ਨਿਯਮ ਮੁਤਾਬਕ ਜਿਵੇਂ ਸਾਡੀਆਂ ਲੋੜਾਂ ਥੋੜਾਂ ਨੇ ਉਹਦੇ ਮੁਤਾਬਕ ਹੁੰਦਾ ਆ। ਈਵਨ ਇੱਕ ਕਿਤਾਬ ਆ, ਇੱਕ ਬੰਦੇ ਨੇ ਪੜ੍ਹੀ, ਉਹਨੇ ਡਿਫਰੈਂਟ ਐਂਗਲ ਤੋਂ ਪੜ੍ਹੀ, ਡਿਫਰੈਂਟ ਮੈਸੇਜ ਰਿਸੀਵ ਕੀਤਾ, ਦੂਜੇ ਨੇ ਪੜ੍ਹੀ ਡਿਫਰੈਂਟ ਐਂਗਲ ਤੋਂ ਪੜ੍ਹ ਕੇ ਉਹਨੇ ਡਿਫਰੈਂਟ ਮੈਸੇਜ ਰਿਸੀਵ ਕੀਤਾ। ਕੋਈ ਇੱਕ ਦ੍ਰਿਸ਼ ਆ, ਤੁਸੀਂ ਕਿਸੇ ਹੋਰ ਮੰਜ਼ਰ ਰਾਹੀਂ ਦੇਖਿਆ, ਦੂਜੇ ਨੇ ਕਿਸੇ ਹੋਰ ਮੰਜ਼ਰ ਰਾਹੀਂ ਦੇਖਿਆ। ਜਿਵੇਂ ਦਾਨੇ ਲੋਕ ਕਹਿੰਦੇ ਨੇ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਨਜ਼ਰ ਤੇ ਨਜ਼ਾਰਾ ਖੜਾ ਆ। ਇਹਦੇ ਬਾਬਤ ਲਿਟਰੇਚਰ 'ਚ ਮਿਸਾਲ ਦਿੱਤੀ ਜਾਂਦੀ ਹੈ। ਇੱਕ ਪਸ਼ੂ ਹੈ, ਕੋਈ ਵੀ ਦੁਧਾਰੂ ਪਸ਼ੂ, ਗਾਂ, ਮੱਝ, ਕੋਈ ਵੀ ਤੁਸੀਂ ਲੈ ਲਓ,
ਤੇ ਉਸ ਨੂੰ ਕੁਝ ਬੰਦੇ ਕੁਝ ਵੱਖਰੀਆਂ ਵੱਖਰੀਆਂ ਅੱਖਾਂ ਦੇਖ ਰਹੀਆਂ ਨੇ। ਹੁਣ ਇੱਕ ਕਿਸਾਨ ਦੇਖਦਾ ਉਸ ਪਸ਼ੂ ਨੂੰ, ਮੱਝ ਨੂੰ, ਗਾਂ ਨੂੰ, ਤੇ ਉਹ ਕੀ ਦੇਖ ਰਿਹਾ ਹੈ? ਉਹ ਦੇਖ ਰਿਹਾ ਹੈ ਕਿ ਇਹਦੀ ਕੀਮਤ ਕਿੰਨੀ ਕੁ ਹੋਏਗੀ, ਕਿੰਨਾ ਕੁ ਦੁੱਧ ਦੇਏਗੀ, ਕਿੰਨੀ ਕੁ ਉਮਰ ਹੈ ਇਹਦੀ। ਮਤਲਬ ਉਹ ਉਹਨੂੰ ਇੱਕ ਕਮੋਡਿਟੀ ਦੇ ਤੌਰ ਤੇ ਦੇਖ ਰਿਹਾ। ਉਹਦਾ ਸੰਬੰਧ ਉਹਦੇ ਨਾਲ ਇੱਕ ਕਮੋਡਿਟੀ ਦੇ ਤੌਰ ਤੇ ਹੈ। ਜੇ ਦੇ ਮੁਕਾਬਲਤਨ ਉਸੇ ਗਾਂ ਜਾਂ ਮੱਝ ਦੇ ਇੱਕ ਉਹਦੇ ਬੱਚੇ ਨੂੰ, ਉਹਦੇ ਜਿਹੜਾ ਹੈਗਾ ਜੋ ਉਹਦਾ ਕੋਈ ਕੱਟੂ ਬੱਚਾ ਹੈਗਾ, ਉਸ ਰੂਪ ਦੇ ਵਿੱਚ ਉਹਦੀ ਨਜ਼ਰ ਵੀ ਹੈ, ਉਹ ਉਸ ਨੂੰ ਮਾਂ ਦੇ ਰੂਪ ਵਿੱਚ ਦੇਖ ਰਿਹਾ। ਹੁਣ ਲੱਗ ਰਿਹਾ ਮੇਰੀ ਮਾਂ ਹੈ ਇਹ, ਜਿਹੜਾ ਮੈਨੂੰ ਪਿਆਰ ਕਰਦੀ ਹੈ ਇਸ ਤਰੀਕੇ ਦੇ ਨਾਲ। ਉੱਥੇ ਇੱਕ ਹੋਰ ਸ਼ਖਸ ਹੈ, ਉਹਦੇ ਹੱਥ 'ਚ ਛੁਰੀ ਫੜੀ ਹੈ। ਉਹ ਦੇਖ ਰਿਹਾ ਉਹ ਕੌਣ ਆ? ਉਹ ਸਲਾਟਰ ਹਾਊਸ ਵਾਲਿਆਂ ਦਾ ਕੋਈ ਵਰਕਰ ਆ, ਜਿਹਨੂੰ ਅਸੀਂ ਕਸਾਈ ਕਹਿ ਦਿੰਦੇ ਆ। ਉਹ ਆਪਣੀ ਨਜ਼ਰ ਨਾਲ ਦੇਖ ਰਿਹਾ। ਉਹ ਦੇਖ ਰਿਹਾ ਇਹਦੇ 'ਚ ਮਾਸ ਕਿੰਨੇ ਕਿਲੋ ਹੋਏਗਾ। ਹਾਲਾਂਕਿ ਦੇਖੋ ਵੀ ਡੈਫੀਨਿਟਲੀ ਇੱਕ ਇਸ ਤਰੀਕੇ ਨਾਲ ਇੱਕ ਵਸਤ ਦੇ ਰੂਪ ਵਿੱਚ ਦੇਖ ਰਿਹਾ, ਪਰ ਉਹ ਦੁੱਧ ਵਾਲਾ ਪਾਸਾ ਨਹੀਂ ਦੇਖ ਰਿਹਾ। ਉਹ ਦੇਖ ਰਿਹਾ ਕਿ ਇਹਦੇ 'ਚ ਕਿੰਨੇ ਕਿਲੋ ਬੀਫ ਹੋਏਗਾ, ਕਿੰਨਾ ਫਾਇਦਾ ਹੋਏਗਾ, ਕਿੰਨਾ ਨੁਕਸਾਨ ਹੋਏਗਾ। ਇਸ ਤਰੀਕੇ ਦੀ ਬਾਤ ਹੋ ਰਹੀ ਹੈ। ਸੋ ਸੇਮ ਆਰਟੀਕਲ, ਸੇਮ ਚੀਜ਼, ਸੇਮ ਜਿਹੜਾ ਹੈਗਾ ਉਹ ਪਸ਼ੂ ਹੈ। ਜਿਵੇਂ ਜਿਵੇਂ ਨਜ਼ਰ ਬਦਲਦੀ ਹੈ, ਉਹਦਾ ਮੈਸੇਜ ਜਿਹੜਾ ਪਰਸੀਵ ਕਰਨ ਦਾ ਤਰੀਕਾ ਵੱਖਰਾ ਹੋ ਰਿਹਾ। ਇਹ ਸੰਸਾਰ ਇਹੀ ਹੈ। ਇਸੇ ਕਰਕੇ ਗੁਰਬਾਣੀ ਨੇ ਕਿਹਾ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਵਿਸ ਸੰਸਾਰ, ਸੰਸਾਰ ਸਾਨੂੰ ਲੱਗਦਾ ਜ਼ਹਿਰ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਹਰੀ ਦਾ ਰੂਪ ਵੀ ਆ। ਦੋਵੇਂ ਚੀਜ਼ਾਂ ਹੀ ਨੇ ਇੱਥੇ। ਇੱਥੇ ਤੁਹਾਡਾ ਇਹ ਹੈ, ਤੁਸੀਂ ਮੈਸੇਜ ਕਿਵੇਂ ਪਰਸੀਵ ਕਰ ਰਹੇ ਹੋ, ਉਹਨੂੰ ਪ੍ਰੋਸੈਸ ਕਿਵੇਂ ਕਰ ਰਹੇ ਹੈਗੇ ਹੋ। ਆਹ ਰੂਪ ਆ। ਤੇ ਇਹ ਕੁਦਰਤ ਨੇ ਪੋਸੀਬਿਲਿਟੀ ਹਮੇਸ਼ਾ ਪਾਈ ਹੈ, ਹੈਵਾਨ ਬਣਨ ਦੀ ਵੀ, ਭਗਵਾਨ ਬਣਨ ਦੀ ਵੀ, ਇਨਸਾਨ ਬਣਨ ਦੀ ਵੀ, ਸ਼ੈਤਾਨ ਬਣਨ ਦੀ। ਇਹ ਰੂਪ ਆ। ਹੁਣ ਇਹ ਦਿੱਤੇ ਹੋਏ ਸਰਕਮਸਟੈਂਸ, ਫਿਰ ਇਹਦੇ 'ਚ ਕੀ ਹੈ? ਤੁਹਾਡੀ ਮੈਂਟਰਿੰਗ। ਇੱਥੇ ਗੁਰੂ ਦਾ ਰੋਲ ਐਕਚੁਅਲ ਲੈਵਲ ਤੇ ਇੱਥੇ। ਤੇ ਸਾਡੇ ਘਰ ਦੇ ਵਿੱਚ ਗੁਰੂ ਕਿਉਂਕਿ ਸ਼ਬਦ ਹੋ ਗਿਆ, ਤੇ ਸ਼ਬਦ ਦੇ ਨਾਲ ਪੰਥ, ਗੁਰਸਿੱਖਾਂ ਦੀ ਸੰਗਤ, ਜਿਹਨੂੰ ਅਸੀਂ ਅੱਜ ਦੀ ਲੈਂਗੁਏਜ ਸ਼ੈਡੋਇੰਗ ਕਹਿੰਦੇ ਹਾਂ। ਕਿਉਂਕਿ ਜਦੋਂ ਸ਼ੈਡੋਇੰਗ ਦਾ ਪਾਰਟ ਸਾਡੇ ਆਲੇ ਦੁਆਲੇ ਮਿਸ ਹੋ ਗਿਆ, ਇੱਕ ਵੱਡੇ ਲੈਵਲ ਤੇ ਇੱਕ ਮਾਹੌਲ ਬਣਾਉਣਾ। ਮਾਫੀ ਚਾਹਾਂਗਾ, ਹਕੀਕਤ ਇਹ ਹੈ, ਗੁਰਦੁਆਰੇ ਹਾਲ ਦੇ ਵਿੱਚ ਬੈਠੇ ਹਾਂ, ਏਡੇ ਏਡੇ ਵੱਡੇ ਹਾਲ ਨੇ ਸਾਡੇ, ਤੁਸੀਂ ਦੇਖਦੇ ਹੋ। ਨੋ ਡਾਊਟ ਸਾਡੇ ਇੱਥੇ ਪ੍ਰੋਗਰਾਮ ਹੁੰਦੇ ਨੇ, ਸੋਸ਼ਲ ਗੈਦਰਿੰਗਸ ਉਸ ਕਿਸਮ ਦੀਆਂ ਹੁੰਦੀਆਂ ਨੇ, ਸਪਿਰਿਚੁਅਲ ਵੇ ਦੇ ਨਾਲ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ। ਪਰ ਰੂਟੀਨ 'ਚ ਦੇਖਿਆ ਜਾਏ ਤੇ ਸੰਗਤ ਦੀ ਮਿਕਦਾਰ ਬਿਫੋਰ ਕੋਵਿਡ-19 ਆਈ ਸ਼ੁੱਡ ਸੇ, ਮਤਲਬ ਜਿਹੜਾ ਹੈ ਉਸ ਤੋਂ ਪਹਿਲੇ ਦੀ ਹਾਲਤ ਵਿੱਚ ਅਸੀਂ ਦੇਖੀਏ ਤੇ ਕਿੰਨੀ ਕੁ ਹੁੰਦੀ ਸੀਗੀ? 15, 20, 25, 30 ਸਰੀਰ, ਇਸ ਤੋਂ ਵੱਧ ਨਹੀਂ ਸੀ। ਇੰਨੀ ਰੂਟੀਨ 'ਚ ਇੰਨੀ ਕੁ ਹੁੰਦੀ ਸੀ। ਕਦੀ ਥੋੜ੍ਹੀ ਜ਼ਿਆਦਾ, ਥੋੜ੍ਹੀ ਘੱਟ ਹੋ ਗਈ ਇਸ ਰੂਪ ਦੇ ਵਿੱਚ। ਅੱਜ ਇਹ ਅਲਾਓ ਹੀ ਨਹੀਂ ਹੈਗਾ ਕਿ ਤੁਸੀਂ ਬਹਿ ਸਕਦੇ ਹੋ, ਤੁਸੀਂ ਆ ਕੇ ਇੱਥੇ, ਇਹ ਸਭ ਚੀਜ਼ਾਂ ਹੁੰਦੀਆਂ ਨੇ। ਹੁਣ ਬੰਦਾ ਕਈ ਵਾਰੀ ਮਿਸ ਕਰਦਾ ਪਿਆ ਇਹੋ ਜਿਹਾ ਮੌਕਾ ਬਣੇ ਇਸ ਤਰੀਕੇ ਦੇ ਨਾਲ। ਪਰ ਹਕੀਕਤ ਹੈ, ਜਦੋਂ ਮੌਕਾ ਮੌਜੂਦ ਸੀਗਾ, ਉਦੋਂ ਸਾਨੂੰ ਹੋਰ ਹਜ਼ੂਮ, ਹੋਰ ਮਹਿਫਲਾਂ, ਹੋਰ ਇਕੱਠੋਂ ਬੜੇ ਅਪੀਲ ਕਰਦੇ ਸੀ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਦੀ ਗਜ਼ਲ ਹੈ ਤੇ ਬੜੀ ਲੰਮੀ ਚੌੜੀ, ਪਰ ਟੂਕ ਮਾਤਰ ਬਿਆਨ ਕਰਾਂ। ਉਹ ਕਹਿੰਦੇ, ਹਜ਼ੂਮ ਮੇ ਖੁਸ਼ ਕਿ ਬਹਿਰੇ ਬੰਦਗੀਸਤ। ਹਜੂਮ ਚੰਗੇ ਲੱਗਦੇ ਨੇ, ਮਹਿਫਲ 'ਚ ਕੌਣ ਨਹੀਂ ਬਹਿਣਾ ਚਾਹੁੰਦਾ। ਬੰਦਾ ਕਹਿੰਦਾ ਪਿਆਲੇ ਦੁਆਲੇ ਜੀ ਹੋਣ, ਐਨਰਜੀ ਹੈ ਸਾਰੇ ਦੀ ਸਾਰੀ। ਜਿੱਥੇ ਐਨਰਜੀ ਹੋਏਗੀ, ਜਿੱਥੇ ਗੈਦਰਿੰਗ ਹੋਏਗੀ, ਉਹ ਜਿਹੜਾ ਗੈਦਰ ਹੋ ਰਿਹਾ ਸਭ ਕੁਝ, ਉਹ ਕੀ ਹੈ? ਉਹ ਚੰਗਾ ਲੱਗਦਾ ਉਸ ਰੂਪ ਦੇ ਵਿੱਚ। ਪਰ ਉਹ ਕਹਿੰਦੇ, ਹਜ਼ੂਮ ਖੁਸ਼, ਉਹੀ ਹਜ਼ੂਮ ਭਲਾਇਆ ਕਿ ਬਹਿਰੇ ਬੰਦਗੀਸਤ, ਜਿੱਥੇ ਬੈਠ ਕੇ ਕੁਝ ਬੰਦਗੀ ਦੀ ਬਾਤ ਹੁੰਦੀ ਹੈ, ਇਬਾਦਤ ਦੀ ਬਾਤ ਹੁੰਦੀ ਹੈ। ਸੋ ਬੰਦਾ ਇੱਕ ਇਹੋ ਜਿਹੀ ਸੰਗਤ ਦਾ ਪਾਰਟ ਬਣੇ, ਇਹੋ ਜਿਹੇ ਮਾਹੌਲ ਵਿੱਚ ਬੈਠੇ, ਇਹੋ ਜਿਹੇ ਮਾਹੌਲ ਜਿੱਥੇ ਬੈਠ ਕੇ ਇਹੋ ਜਿਹੀ ਮੈਂਟਰਿੰਗ ਹੋਏ ਉਹਦੀ, ਇਹੋ ਜਿਹੇ ਬਚਨ, ਗੱਲਾਂ, ਖਿਆਲ। ਫਿਰ ਇਹੀ ਚੀਜ਼ ਹੌਲੀ ਹੌਲੀ ਕਰਕੇ ਬੰਦਾ ਜਿਵੇਂ ਇੱਕ ਵੇਖ ਰਿਹਾ, ਜਿਵੇਂ ਸਪੋਜ਼ ਇਸ ਤਰ੍ਹਾਂ ਕਹਿ ਲਓ, ਸਪੋਜ਼ ਐਜ਼ ਏ ਪੇਰੈਂਟ ਮੈਂ ਬਾਤ ਕਰਦਾ ਇੱਥੇ। ਹਾਲਾਂਕਿ ਜਿਹੜੇ ਟੀਚਰਸ ਨੇ ਸੋਸਾਇਟੀ ਦੇ ਵਿੱਚ, ਜਿਹੜੇ ਲੀਡਰਸ ਨੇ, ਮਤਲਬ ਪੋਲੀਟੀਕਲ ਲੀਡਰਸ ਤੋਂ ਲੈ ਕੇ ਤੇ ਤੁਸੀਂ ਰਿਲੀਜੀਅਸ ਲੀਡਰਸ, ਸੋਸ਼ਲ ਲੀਡਰ, ਸਾਰੇ ਹਰ ਤਰ੍ਹਾਂ ਦੇ, ਉਹਨਾਂ ਦੀ ਜੌਬ ਬੜੀ ਵੱਡੀ ਹੈ। ਜਿਵੇਂ ਬੀਇੰਗ ਏ ਪੇਰੈਂਟਸ, ਤੁਸੀਂ ਬੱਚੇ ਨੂੰ ਬੋਲਣਾ ਸਿਖਾਉਂਦੇ ਹੋ। ਜਦੋਂ ਕੋਈ ਬੱਚੇ ਬਾਹਰ ਸਮਾਜ 'ਚ ਵਿਚਰਦੇ ਨੇ ਤੇ ਉਹ ਚੰਗੇ ਢੰਗ ਨਾਲ ਬੋਲਦੇ ਨੇ, ਵੈਲ ਬਿਹੇਵ ਕਰਦੇ ਨੇ, ਲੋਕੀ ਕਹਿੰਦੇ ਨੇ, ਵਾਓ, ਇਟਸ ਅ ਵੈਲ ਰੇਜ਼ਡ ਕਿਡ, ਇਹਨੂੰ ਚੰਗੀ ਤਰ੍ਹਾਂ ਪਾਲਿਆ ਗਿਆ ਹੈ। ਮਤਲਬ ਚੰਗੀ ਤਰ੍ਹਾਂ ਪਾਲਿਆ ਗਿਆ। ਹੋ ਸਕਦਾ ਹੈ ਉਸ ਬੱਚੇ ਨੇ, ਸੌਰੀ ਟੂ ਸੇ, ਕੋਈ
ਸਿੰਗਲ ਮੌਮ ਨੇ, ਸਿੰਗਲ ਪੇਰੈਂਟ ਨੇ ਪਾਲਿਆ ਹੋਏ, ਅਤੇ ਬਹੁਤ ਸਮਾਂ ਵਿਚਾਰਾ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਡਿਪਰੀਵ ਕਰਦਾ ਰਿਹਾ ਹੋਏ, he or she even doesn't have or didn't have in his or her childhood time any proper kind of stuff, books, clothing, anything. ਮੈਂ ਦੇਖਿਆ, ਮੈਂ ਇੱਥੇ ਕੁਝ ਬੱਚੇ ਹੈਗੇ ਨੇ ਬੜੇ ਪਿਆਰੇ, ਫਾਦਰ ਦੀ ਡੈਥ ਹੋ ਗਈ, ਮੌਮ ਸੀਗੀ ਫੈਕਟਰੀ 'ਚ ਕੰਮ ਕਰਦੀ ਆ, ਬੜਾ ਉਸ ਤਰੀਕੇ ਨਾਲ, ਅਤੇ ਉਹ ਕਹਿੰਦੇ ਕਿ ਮੌਮ ਨੇ ਸਾਡੇ ਕੱਪੜੇ ਕਈ ਵਾਰ ਫਟ ਜਾਣੇ, ਕੁਛ ਹੋਣਾ, ਅਤੇ ਉਹ ਸੀ ਦੇਣੇ, ਅਸੀਂ ਖੇਡਦਿਆਂ ਫਾੜ ਲੈਣੇ ਕੱਪੜੇ ਉਸ ਤਰੀਕੇ ਨਾਲ, ਅਤੇ ਇੱਕ ਇੱਕ ਹੀ ਪੈਂਟ ਸ਼ਰਟ ਦੇ ਨਾਲ ਪੂਰੀ ਸਮਰ ਅਤੇ ਵਿੰਟਰ ਕੱਢ ਦੇਣੀ ਕਈ ਵਾਰ। ਇੱਥੋਂ ਦੀ ਬਾਤ ਕਰ ਰਿਹਾ ਮੈਂ। ਅੱਜ ਉਹ ਬੱਚਿਆਂ ਨਾਲ ਤੁਸੀਂ ਗੱਲ ਕਰੋ, ਉਹਨਾਂ ਦਾ ਸਲੀਕਾ, ਬਹਿਣ ਦਾ, ਉੱਠਣ ਦਾ ਤਰੀਕਾ, ਫੋਨ, ਕੋਈ ਈਵਨ ਹਰ ਲੈਵਲ 'ਤੇ ਤੁਸੀਂ ਦੇਖੋਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕੀ ਹੈ, ਵੈਲ ਰੇਜ਼ਡ ਕਿਵੇਂ ਸਮਾਨ ਦੇ ਕੇ, ਸਟੱਫ ਦੇ ਕੇ, ਨਹੀਂ, ਕੁਝ ਸੰਸਕਾਰ ਦੇ ਕੇ, ਕੁਝ ਇਹ ਚੀਜ਼ਾਂ ਇਸ ਰੂਪ ਵਿੱਚ ਦੇ ਕੇ। ਫਿਰ ਇਹ ਚੀਜ਼ ਹੈ ਕਿ ਮਾਂ ਬਾਪ ਦਾ ਫਰਜ਼ ਸਿਰਫ ਉਹਨੂੰ ਪਲੇਟ 'ਚ ਪਾ ਕੇ ਰੋਟੀ ਦੇਣਾ ਨਹੀਂ ਗਾ, ਬਲਕਿ ਉਹਨੇ ਰੋਟੀ ਨੂੰ ਤੋੜਨਾ ਕਿਵੇਂ ਹੈ, ਬਲਕਿ ਉਹਨੇ ਰੋਟੀ ਨੂੰ ਚੂ ਕਿਵੇਂ ਕਰਨਾ ਆ, ਉਸ ਖਾਧੀ ਹੋਈ ਰੋਟੀ ਨੂੰ ਹਜਮ ਕਿਵੇਂ ਕਰਨਾ ਆ। ਇਟਸ ਏ ਬਿਗ ਜੌਬ। ਇਹ ਜੌਬ ਫਿਰ ਇਕੱਲੀ ਉੱਥੇ ਨਹੀਂ, ਹਰ ਲੈਵਲ 'ਤੇ ਹੈ। ਬੱਚਾ ਸਕੂਲ ਪੜ੍ਹਨ ਜਾਂਦਾ, ਟੀਚਰ ਦਾ ਕੰਮ ਸਿਰਫ ਇੰਨਾ ਖਤਮ ਹੋ ਜਾਂਦਾ, ਇਹਨੂੰ ਮੈਥ ਪੜ੍ਹਾ ਦਿਆਂ, ਇਹਨੂੰ ਸਾਇੰਸ ਸਿਖਾ ਦਿਆਂ, ਇਹਨੂੰ ਕੰਪਿਊਟਰ ਸਿਖਾ ਦਿਆਂ, ਨਾ, ਉਹਦੀ ਜੌਬ ਉਦੋਂ ਕਿਤੇ ਵੱਡੀ ਹੈ। ਉਹਨੂੰ ਇਹ ਪੜ੍ਹ ਕੇ ਸਿਖਾਉਣਾ ਕਿ ਇਹ ਜਿਹੜਾ ਤੂੰ ਮੈਥਮੈਟਿਕਸ ਸਿੱਖ ਰਿਹਾ, ਜਿਹੜੇ ਤੂੰ ਕਾਊਂਟਿੰਗ ਸਿੱਖ ਰਿਹਾ, ਸਾਰਾ ਕੁਝ, ਇਸ ਸਾਰੇ ਨੂੰ ਧਰਤੀ 'ਤੇ ਫਰਾਡ ਕਰਨ ਵਾਸਤੇ ਯੂਜ਼ ਨਹੀਂ ਕਰਨਾ ਨਾ। ਇਸ ਸਕਿੱਲ ਰਾਹੀਂ ਜੋ ਕੰਟਰੀਬਿਊਟ ਕਰਨਾ ਹੈ ਉਹ ਚੰਗੇਰਾ ਹੋਏ, ਪ੍ਰੋਡਕਟਿਵ ਹੋਏ, ਡਿਸਟਰਬਿੰਗ, ਡਿਸਟਰੈਕਟਿਵ ਅਤੇ ਜਿਹੜਾ ਧਰਤੀ ਨੂੰ ਡਿਸਟਰੋਏ ਕਰਨ ਵਾਲਾ ਨਾ ਹੋਏ। ਸਿਸਟਮ ਦੇ ਉਸ ਤਰੀਕੇ ਦੀ ਬਾਤ ਜਿਹੜੀ ਹੋ ਰਹੀ ਹੈ। ਸੋ ਇਹ ਸਾਰੀ ਚੀਜ਼ ਸੰਗਤ ਹੈ। ਫਿਰ ਇਹ ਹੈ, ਬੰਦਾ ਕਈ ਵਾਰੀ ਸੋਚਦਾ ਆਪਾਂ ਨੂੰ ਤਾਂ ਸੰਗਤ ਹੀ ਨਹੀਂ ਮਿਲੀ। ਫਿਰ ਮੈਂ ਬੇਨਤੀ ਕਰਾਂਗਾ, ਸਟੱਡੀਜ਼ ਨੇ, ਲੋਕੀ ਸੰਗਤ ਲੱਭ ਵੀ ਲੈਂਦੇ, ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਕਈ ਵਾਰ। ਫਿਰ ਵੀ ਐਗਜ਼ਾਮਪਲ ਮੈਂ ਆਪਣੇ ਕੋਲੋਂ ਦੇਣ ਲੱਗਾ ਹਾਂ। ਮੇਰੇ ਕੋਲ ਇੱਕ ਬੱਚਾ ਸੀਗਾ, ਉੱਦਾਂ ਦਿਨਾਂ 'ਚ ਅਸੀਂ ਗੁਰਬਾਣੀ ਫਲਸਫੇ ਦੀ, ਗੁਰਬਾਣੀ ਫਿਲਾਸਫੀ ਦੀ ਗੱਲ ਕਰਦੇ ਹੁੰਦੇ ਸੀਗੇ। ਕਲਾਸ ਸੀਗੀ ਸਾਡੀ ਇੱਕ ਯੰਗ ਬੱਚਿਆਂ ਦੀ, ਅਤੇ ਉਹ 2-3 ਬੱਸਾਂ ਫੜ ਕੇ ਆਉਂਦਾ ਸੀਗਾ। ਐਂਡ ਐਟ ਦ ਸੇਮ ਟਾਈਮ ਹੀ ਵਾਜ਼ਨਟ ਏਬਲ ਟੂ ਸਪੀਕ ਈਵਨ ਏ ਸਿੰਗਲ ਫੁੱਲ ਸੈਂਟੈਂਸ, ਫੁੱਲ line in Punjabi language, but he had so much passion to learn Gurbani and Sikhi. And you might think in that way, okay, family push kardi honi hai, pata laga nahi, family te balki hurdle build kar rahi hai, family te is gal to dur le jaan waste jehड़ा effort ਪਾ ਰਹੀ ਹੈਗੀ ਹੈ। ਇਹ ਵੀ ਇਹ ਕੋਈ ਇਹ ਹੈ, ਮੈਂ ਪਹਿਲੇ ਕਿਹਾ, ਬੜੀ ਮਿਸਟਿਕ ਜੀ ਗੱਲ, ਬੜੀ ਰਹੱਸਮਈ ਜੀ ਗੱਲ ਲੱਗਦੀ ਹੈ। ਹਾਂ, ਇਹ ਤੁਰ ਤੋਂ ਲਿਖਿਆ ਆ, ਇੱਕ ਇਹੋ ਜਿਹੀ ਰੂਪ ਆ ਕਿ ਜਿਹੜਾ ਕਰਤਾਰੀ ਕੁਦਰਤ ਨੇ ਇਸ ਜੀਵਨ ਦੇ, ਇਸ ਮਨ ਦੇ ਬੀਜ ਰੂਪ ਵਿੱਚ ਪਾ ਦਿੱਤਾ ਆ। ਫਿਰ ਇੱਕ ਇਹ ਵੀ ਹੈ, ਇੰਡੀਵਿਜੂਅਲ ਤੌਰ 'ਤੇ ਆਪਾਂ ਇਹ ਸਾਰੇ ਗੱਲ ਕਰ ਸਕਦੇ ਹਾਂ, ਪਰ ਐਸੀ ਕਮਿਊਨਿਟੀ ਦੇ ਤੌਰ 'ਤੇ ਜਿਨ੍ਹਾਂ ਨੂੰ ਸੰਗਤ, ਜਿਨ੍ਹਾਂ ਨੂੰ ਗੁਰੂ, ਗੁਰਬਾਣੀ ਵਿਰਸੇ 'ਚ ਮਿਲੀ ਐਜ਼ ਏ ਹੈਰੀਟੇਜ, ਭਾਈ ਕੁਛ ਤੇ ਲਿਖਿਆ ਤੁਰ ਤੋਂ, ਇਸੇ ਕਰਕੇ ਤੇ ਇਹ ਜੀਵਨ ਮਿਲਿਆ ਇਸ ਰੂਪ ਦੇ ਅੰਦਰ। ਅਦਰਵਾਈਜ਼ ਲੋਕੀ ਇੱਕ ਫੇਕ, ਇੱਕ ਖਾਸ ਕਿਸਮ ਦੇ ਕਿਸੇ ਸੋਚ ਦੇ ਦਾਇਰੇ 'ਚ ਜਾ ਕੇ ਇਹੋ ਜਿਹੇ ਕੰਮ ਵੀ ਕਰਦੇ ਆ, ਵਿਚਾਰੇ ਜੀਵਨ ਬਤੀਤ ਕਰ ਦਿੰਦੇ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਕਿ ਆਪਣੋ ਧਰਮ ਕੁਲਾ ਧਰਮ ਸਭ ਕੋ ਕਰੈ, ਆਪਣੇ ਹੀ ਕੁੱਲ ਦਾ, ਆਪਣੇ ਪਰਿਵਾਰ ਵਿੱਚੋਂ ਕੋਈ ਆਇਆ ਹੋਇਆ ਧਰਮ ਬੰਦਾ ਉਹੀ ਪਾਲਦਿਆਂ ਉਮਰਾਂ ਕੱਢ ਜਾਂਦਾ ਹੈ। ਪਰ ਕਹਿੰਦੇ ਧਰਮ ਨੂੰ ਵੀ ਇੱਕ ਯੂਨੀਵਰਸਲ ਕ੍ਰਾਈਟੀਰੀਆ ਤੋਂ ਤੁਲਣਾ ਚਾਹੀਦਾ। ਆਪਣੋ ਧਰਮ ਕੁਲਾ ਧਰਮ ਸਭ ਕੋ ਕਰੈ, ਜਾਹੂ ਲੋਕ ਭਲਾ ਕਾਹੈ ਤਾਹੂ ਤੋਂ ਵਿਸਾਹੀ ਹੈ। ਜਿਸ ਨੂੰ ਲੋਕ ਕਹਿਣ, ਇੱਕ ਵੱਡੀ ਆਵਾਜ਼ ਆਏ, ਹਾਂ ਭਈ ਆਹ ਵਾਕਿਆ 'ਚ ਹੀ ਭਲਾ ਆ। ਸਿੱਖੀ ਦੇ ਬਾਰੇ ਅਸੀਂ ਦੇਖਦੇ ਹਾਂ ਨਾ ਕਿ ਪਤਾ ਲੱਗਦਾ ਹੈ ਕਿ ਮਤਲਬ ਜਿਹੜੇ ਗੈਰ ਸਿੱਖ ਲੋਕ ਵੀ ਨੇ, ਏਥੀਇਸਟ ਪੀਪਲ ਹੂ ਡਜ਼ਨਟ ਹੈਵ ਐਨੀ
who don't have any kind of belief system. Even when they admire it, when they notice it, when they say, yeah, at least this thing we should learn from Sikhs. What? ਲੰਗਰਾਂ ਦੀ ਸੇਵਾ ਵਿਤ ਕਰਾਣੀ ਕਿਸੇ ਦੇ ਨਾਲ, ਸਰਬੱਤ ਦੇ ਭਲੇ ਦੇ ਕਨਸੈਪਟ, ਧਰਮ ਹੀ ਹੈ ਸਾਰਾ। ਚੜ੍ਹਦੀ ਕਲਾ, ਬੇਬਾਕੀ, ਬੜਾ ਕਰੂਜੀਅਸ, ਬੜਾ ਕਰੇਜ ਵਾਲਾ ਬਿਹੇਵੀਅਰ, ਇਹ ਕੀ ਹੈ? ਧਰਮ ਹੀ ਹੈ ਸਾਰਾ। ਸੋ ਇਹੋ ਜਿਹਾ ਧਰਮ ਜੇ ਕੁੱਲ ਵਿੱਚੋਂ ਹੀ ਪ੍ਰਾਪਤ ਹੋ ਜਾਏ ਤੇ ਜਾਹੋਂ ਲੋਕ ਭਲਾ ਕਹੇ, ਜਿਹਨੂੰ ਲੋਕ ਵੀ ਭਲਾ ਕਹਿ ਰਹੇ ਨੇ। ਜਿਹੜਾ ਬਚਨ ਹੈ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸਾਤਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ। ਉਸ ਬਾਲੜੀ ਜੀਵਾਤਮਾ ਨੂੰ ਵੀ ਆਪਣੇ ਨਾਲ ਮਿਲਾ ਲੈਂਦਾ, ਜਿਹਨੂੰ ਧੁਰ ਤੋਂ ਕੁਝ ਬਖਸ਼ਦਾ ਆ। ਜਿਹੜੀ ਬੇਨਤੀ ਮੈਂ ਪ੍ਰਾਰੰਭ ਕੀਤੀ ਸੀ, ਬੰਦਾ ਕੋਈ ਵੀ ਕੰਮ ਕਰਕੇ ਫੇਮ ਲੈਣਾ ਚਾਹੁੰਦਾ ਹੈ, ਵਡਿਆਈ ਲੈਣਾ ਚਾਹੁੰਦਾ ਹੈ, ਕਿਉਂ ਨਾ ਚੰਗਾ ਕਰਕੇ ਲਈ ਜਾਏ, ਚੰਗੇ ਕੰਮ ਵਿੱਚ ਪਾਰਟਿਸਿਪੇਟ ਕੀਤਾ ਜਾਏ। ਫਿਰ ਬੰਦਾ ਕਹਿੰਦਾ ਨਹੀਂ ਮੇਰੇ ਤੋਂ ਤੇ ਹੋਣਾ ਨਹੀਂ ਕਾ ਪਾਏ। ਭਾਈ ਤੇਰੇ ਤੋਂ ਤਾਂ ਨਹੀਂ ਹੋਣਾ, ਪਰ ਜਿਹੜੇ ਕਰ ਪਾ ਰਹੇ ਨੇ ਚੰਗਾ ਕੰਮ, ਉਹਨਾਂ ਦੀ ਸੰਗਤ ਕਰ ਲੈ, ਉਹਨਾਂ ਦੀ ਸੁਹਬਤ ਬੈਠਿਆ ਕਰ। ਉਹੋ ਜਿਹੇ ਬਚਨ, ਸ਼ਬਦ, ਅਲਫਾਜ਼, ਹਰਫ, ਉਹਨਾਂ ਨਾਲ ਆਪਣੇ ਆਪ ਨੂੰ ਜੋੜ। ਬੰਦਾ ਕਹਿੰਦਾ ਮੇਰੇ ਕੋਲ ਐਕਸੈਸ ਨਹੀਂ ਹੈਗਾ, ਭਾਈ ਗੁਰੂ ਸਾਹਿਬ ਨੇ ਤੇ ਪੂਰੇ ਦਾ ਪੂਰਾ ਬਣਾ ਕੇ ਦਿੱਤਾ ਆ, ਤੇ ਜਿਹਨੂੰ ਵਿਰਾਸਤ ਮਿਲ ਗਈ ਉਹਦੇ ਲਈ ਤੇ ਇਹ ਸਵਾਲ ਹੱਲ ਹੋ ਗਿਆ, ਤੁਰ ਤੋਂ ਲਿਖ ਦਿੱਤਾ। ਅਕਾਲ ਪੁਰਖ ਵਾਹਿਗੁਰੂ ਨੇ ਇਹ ਬਖਸ਼ ਦਿੱਤਾ, ਤਾਂ ਹੀ ਇਹੋ ਜਿਹੇ ਘਰ ਵਿੱਚ ਜਨਮ ਹੋਇਆ, ਤਾਂ ਹੀ ਇਹੋ ਜਿਹਾ ਜੀਵਨ ਮਿਲਿਆ ਹੈਗਾ। ਇੱਥੇ ਸਾਹਿਬ ਨੇ ਬਾਤ ਕੀਤੀ, ਸਭ ਜ਼ਿਕਰ ਕਰਦੇ ਕਿ ਸੱਚਾਈ ਇਹ ਹੈ, ਸਾਤਨ ਬਾਲੀ ਤੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ। ਗੁਰਮਤਿ ਘਟ ਚਾਨਣ ਹੋਵਾ, ਗੁਰੂ ਕੀ ਮਤ ਰਾਹੀਂ ਘਟ ਵਿੱਚ ਚਾਨਣ ਹੋ ਗਿਆ, ਰੌਸ਼ਨੀ ਹੋ ਗਈ ਘਟ ਦੇ ਵਿੱਚ। ਹੁਣ ਉਹ ਗੁਰੂ ਕੀ ਮਤ ਰਾਹੀਂ ਘਟ ਵਿੱਚ ਰੌਸ਼ਨੀ ਦਾ ਮਾਇਨਾ ਵੀ ਸਮਝ ਲਾਈਏ ਕਿ ਜਿਹੜੀ ਮੱਤ ਆ, ਜਿਵੇਂ ਡਿਪਰੈਸ਼ਨ ਆ, ਤੁਹਾਡਾ ਜਦੋਂ ਇੰਟਲੈਕਟ ਧੁੰਦਲਾ ਹੋ ਜਾਂਦਾ ਹੈ, ਬੌਧਿਕ ਸਮਰੱਥਾ ਨੀਵੇਂ ਲੈਵਲ ਤੇ ਆਉਣੀ ਸ਼ੁਰੂ ਹੋ ਜਾਏ, ਉਹ ਚੀਜ਼ਾਂ ਨੂੰ ਪ੍ਰੋਸੈਸ ਉਵੇਂ ਨਾ ਕਰੇ ਜਿਵੇਂ ਉਹਨੂੰ ਕਰਨਾ ਚਾਹੀਦਾ ਹੈ, ਤੇ ਫਿਰ ਬੰਦਾ ਐਵੇਂ ਕਿਸੇ ਗੱਲ ਦੇ ਵਿੱਚ ਸਟਕ ਹੋ ਕੇ ਵਾਰ-ਵਾਰ ਉਹਨੂੰ ਰੀਥਿੰਕ ਕਰਕੇ, ਓਵਰਥਿੰਕ ਕਰਕੇ, ਉਹਦੇ ਨਾਲ ਹੀ ਆਪਣੇ ਆਪ ਨੂੰ ਰਿਲੇਟ ਕਰਕੇ ਰੋਈ ਵੀ ਜਾਂਦਾ ਹੈ, ਕਲਪੀ ਵੀ ਜਾਂਦਾ ਹੈ, ਚਿੰਤਾ ਵੀ ਕਰੀ ਜਾਂਦਾ, ਨੀਂਦ ਵੀ ਗਵਾ ਲੈਂਦਾ। ਇਹ ਕੀ ਹੈ? ਹਨੇਰਾ। ਇਸ ਤਰ੍ਹਾਂ ਕਹਿ ਲਓ ਕਿ ਰੌਸ਼ਨੀ ਤੇ ਹੈ, ਪਰ ਉਹਨੇ ਅੱਖਾਂ ਬੰਦ ਕਰ ਲਈਆਂ। ਉਹਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਉਹ ਮੇਰੀਆਂ ਅੱਖਾਂ ਹੀ ਨਹੀਂ ਖੁੱਲਣੀਆਂ। ਮੈਂ ਇੱਕ ਦਿਨ ਪ੍ਰਿੰਸੀਪਲ ਭਜਨ ਸਿੰਘ ਦੀ ਸ਼ਾਦੀ ਐਗਜ਼ਾਮਪਲ ਕਰ ਰਿਹਾ ਸੀਗਾ, ਉਹ 'ਚੋਂ ਜ਼ਿਕਰ ਇਹ ਕਰਦੇ ਕਿ ਕੋਈ ਵਪਾਰੀ ਹੈ ਤੇ ਮਾਰੂਥਲ ਵਿੱਚੋਂ, ਰੇਗਿਸਤਾਨ ਦੇ ਵਿੱਚੋਂ, ਕਾਈਂਡ ਆਫ ਇੱਕ ਪੂਰਾ ਦਾ ਪੂਰਾ ਜਿਹੜਾ ਡੈਜ਼ਰਟ ਆ, ਉਹਦੇ ਵਿੱਚੋਂ ਲੰਘ ਰਿਹਾ ਆਪਣੇ ਬੰਦਿਆਂ ਦੇ ਨਾਲ। ਕਾਫੀ ਰਾਤ ਤੱਕ ਤੁਰਦੇ ਰਹੇ, ਥੱਕ ਗਏ, ਅਖੀਰ ਆਰਾਮ ਕਰਨ ਵਾਸਤੇ ਪੜਾਅ ਪਾਇਆ। ਜਦੋਂ ਪੜਾਅ ਪਾਇਆ ਤੇ ਉਹਦੇ ਨਾਲ ਵਪਾਰੀ ਆ, ਬੰਦੇ ਵੀ, ਨੌਕਰ ਚਾਕਰ ਵੀ ਨੇ, ਆਪਣਾ ਟੈਂਟ ਲਾ ਲਿਆ। ਟੈਂਟ ਲਾ ਕੇ ਊਂਠਾਂ ਤੇ ਸੀਗੇ, ਊਂਠਾਂ ਨੂੰ ਬੰਨ੍ਹ ਲਿਆ ਜਿੱਥੇ ਕਿਤੇ ਬੰਨ੍ਹਣਾ ਸੀਗਾ। ਉਹ ਬਾਈ ਚਾਂਸ ਜਦੋਂ ਉਹਨਾਂ ਨੇ ਸਮਾਨ ਸਾਰਾ ਖੋਲ੍ਹਿਆ ਤੇ ਉਹ ਡੈਫੀਨੇਟਲੀ ਕਾਫਲੇ 'ਚ ਨੇ ਤੇ ਸਮਾਨ ਹੋਏਗਾ, ਪਰ ਬੜਾ ਲਿਮਟਿਡ ਅਮਾਊਂਟ 'ਚ ਹੋਏਗਾ। ਉਹ ਬੰਨ੍ਹਦਿਆਂ ਹੋਇਆਂ ਨੌਕਰ ਨੇ ਆਈਡੀਆ ਇਹ ਲਾਇਆ ਕਿ ਉਹ ਸਾਡੇ ਕੋਲ ਤੇ ਊਂਠ ਨੂੰ ਬੰਨ੍ਹਣ ਵਾਸਤੇ ਪ੍ਰੋਪਰ ਨਾ ਕਿੱਲਾ ਆ, ਨਾ ਰੱਸਾ ਆ, ਇਸ ਕਰਕੇ ਸਮਾਨ ਘੱਟ। ਖੈਰ ਉਹਨੇ ਮਾਲਕ ਨੂੰ ਬੁਲਾ ਕੇ ਉਹਨੂੰ ਕਿਹਾ ਕਿ ਪ੍ਰੋਬਲਮ ਇਹ ਹੈਗੀ ਹੈ ਕਿ ਆਪਣੇ ਕੋਲ ਇੱਕ ਊਂਠ ਨੂੰ ਬੰਨ੍ਹਣ ਵਾਸਤੇ ਨਾ ਤੇ ਕਿੱਲਾ ਆ, ਨਾ ਰੱਸਾ ਆ, ਸੋ ਇਹ ਤੇ ਮੁਸ਼ਕਿਲ ਬਣ ਗਈ ਹੁਣ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਇੰਤਜ਼ਾਮ ਕਰਦਾ। ਉਹ ਕਹਿੰਦਾ ਇੰਤਜ਼ਾਮ ਕਿਹੜਾ, ਬਾਜ਼ਾਰ ਆਲੇ ਦੁਆਲੇ ਖਰੀਦ ਲੈਂਗਾ ਤੂੰ ਸਮਾਨ? ਉਹ ਕਹਿੰਦਾ ਨਹੀਂ ਕੋਈ ਗੱਲ। ਉਹ ਗਿਆ ਉੱਥੇ ਉਸ ਊਂਠ ਦੇ ਕੋਲ, ਤੇ ਉੱਥੇ ਜਾ ਕੇ ਉਹਨੇ ਕੀ ਕੀਤਾ ਕਿ ਬੜਾ ਜ਼ੋਰ ਲਾ ਕੇ ਇੱਕ ਪ੍ਰਟੈਂਡ ਐਕਟ ਕੀਤਾ। ਉਹ ਇਹ ਸੀਗਾ ਕਿ ਉਹਨੇ ਬੜਾ ਜ਼ੋਰ ਲਾ ਕੇ ਐਵੇਂ ਲੱਗੇ ਜਿਵੇਂ ਕਿੱਲਾ ਗੱਡਿਆ ਆ ਪਹਿਲਾਂ ਜ਼ਮੀਨ ਵਿੱਚ, ਫਿਰ ਉਹਨੇ ਰੱਸਾ ਪਾਇਆ ਊਂਠ ਦੇ ਗਲ ਵਿੱਚ, ਫਿਰ ਉਹਨੇ ਕਿੱਲੇ ਨਾਲ ਬੰਨਿਆ। ਮਤਲਬ ਕਾਫੀ ਟਾਈਮ ਉਹਨੇ ਲਗਾ ਕੇ, ਬੜਾ ਜਿਵੇਂ ਪੂਰਾ ਉਹਨੂੰ ਸਾਹ ਚੜ੍ਹ ਗਿਆ, ਪਸੀਨਾ ਆ ਗਿਆ। ਤੇ ਉਹ ਨੌਕਰ ਵੇਖ ਕੇ ਹੱਸ ਰਿਹਾ ਵੀ ਹੱਦ ਹੋ ਗਈ, ਇਹ ਕਿਹੋ ਜਿਹੇ ਕੰਮ ਕਰ ਰਿਹਾ। ਉਹ ਨੌਕਰ ਨੂੰ ਬੁਲਾਇਆ, ਕਹਿੰਦਾ ਸੋ ਜਾ ਟੈਂਟ 'ਚ। ਉਹ ਕਹਿੰਦਾ ਜੀ ਉਹ ਭੱਜੇ, ਉਹ ਕਹਿੰਦਾ ਡੋਂਟ ਵਰੀ। ਖੈਰ ਉਹ ਸੋ ਗਏ। ਸਵੇਰੇ ਉੱਠਿਆ, ਨੌਕਰ ਨੂੰ ਤੇ ਫਿਕਰ ਸੀਗਾ। ਉਹਨੇ ਜਾ ਕੇ ਸਭ ਤੋਂ ਪਹਿਲਾਂ ਊਂਠ ਦੇਖਿਆ, ਊਂਠ ਜਿੱਥੇ ਰਾਤ ਦਾ ਬੰਨਿਆ ਸੀਗਾ, ਮਤਲਬ ਪ੍ਰਟੈਂਡ ਜਿਹੜਾ ਉਹਨੂੰ
ਬੰਨਣਾ ਸੀਗਾ ਉੱਥੇ ਜਾਂ ਉਸੇ ਜਗ੍ਹਾ 'ਤੇ। ਦੂਜੇ ਊਂਠ ਨੇ ਉਠਾ ਕੇ ਸਮਾਨ ਸਮੂਨ ਲੱਦਣਾ ਸ਼ੁਰੂ ਕੀਤਾ। ਵਪਾਰੀ ਵੀ ਆਪਣਾ ਉੱਠ ਕੇ ਜਿਹੜਾ ਹੈਗਾ ਉਹਨੇ ਆਪਣਾ ਜੋ ਖਾਣਾ ਪੀਣਾ ਸਿਖਾ ਕੇ ਟੈਂਟ ਵਗੈਰਾ ਇਕੱਠਾ ਕਰ ਰਿਹਾ। ਅਤੇ ਉਹ ਕਹਿ ਰਿਹਾ ਵੀ ਹਾਂ ਭਾਈ ਤਿਆਰੀ ਆ। ਉਹ ਕਹਿੰਦੇ ਜੀ ਬਾਕੀ ਤਾਂ ਤਿਆਰੀ ਹੈ, ਪਰ ਜਿਹੜੇ ਊਂਠ ਨੂੰ ਰਾਤੀ ਤੁਸੀਂ ਪ੍ਰਟੈਂਡ ਮਤਲਬ ਉਸ ਤਰੀਕੇ ਨਾਲ ਉਹਨੂੰ ਬੰਨਿਆ ਸੀਗਾ, ਉਹ ਉਵੇਂ ਬੈਠਾ ਆ, ਉਹ ਨਹੀਂ ਉੱਠਿਆ। ਉਹਨੂੰ ਯਾਦ ਆਇਆ, ਕਹਿੰਦਾ ਉਹ ਕਹਿੰਦਾ ਹਾਂ ਮੈਨੂੰ ਯਾਦ ਆ ਗਿਆ। ਕਹਿੰਦਾ ਭਾਈ ਹੁਣ ਗੱਲ ਹੈ ਵੀ ਇਹਨੂੰ ਉਠਾਉਣਾ ਹੋਰ ਔਖਾ ਹੋਏਗਾ ਬੰਨਣ ਦੀ ਬਜਾਏ। ਉਹ ਕਹਿੰਦਾ ਮਤਲਬ, ਕਹਿੰਦਾ ਜਿੰਨਾ ਜ਼ੋਰ ਲਾ ਕੇ ਪ੍ਰਟੈਂਡ ਕਰਕੇ ਬੰਨਿਆ ਉਹ ਤੋਂ ਕਿਤੇ ਵੱਧ ਪ੍ਰਟੈਂਡ ਕਰਨਾ ਪਏਗਾ ਇਹਨੂੰ ਖੋਲ੍ਹਣ ਵਾਸਤੇ। ਐਕਚੁਅਲ ਲੈਵਲ 'ਤੇ ਜਿਹੜੀ ਸਾਈਕੋਲੋਜੀਕਲ ਇਲਿਟਰੇਸ਼ਨ ਆ ਇਹ ਬੜੀ ਵੱਡੀ ਆ। ਬੰਦੇ ਦੀਆਂ ਅੱਖਾਂ ਬਾਹਰੋਂ ਖੁੱਲੀਆਂ ਵੀ ਨੇ ਪਰ ਅੰਦਰੋਂ ਬੰਦ ਨੇ। ਬਾਹਰ ਵਾਲੀਆਂ ਅੱਖਾਂ ਤੁਸੀਂ ਪਾਣੀ ਦੇ ਛਿੱਟੇ ਪਾ ਕੇ ਖੋਲ੍ਹ ਲਵੋਗੇ, ਅੰਦਰ ਵਾਲੀਆਂ ਅੱਖਾਂ ਕਿਵੇਂ ਖੋਲੋਗੇ? ਇਨਲਾਈਟਮੈਂਟ, ਰੋਸ਼ਨ ਦਿਮਾਗ, ਜਿਹੜੇ ਉਹ ਨੇਤਰ ਨੇ। ਤੇ ਇਹ ਸੱਚਾਈ ਹੈ, ਜਿਵੇਂ ਜਿੰਨੀ ਮਰਜ਼ੀ ਬਾਹਰ ਰੋਸ਼ਨੀ ਹੋਏ, ਜੇ ਬੰਦੇ ਨੇ ਆਪ ਹੀ ਧਾਰ ਲਿਆ ਮੈਂ ਅੱਖਾਂ ਨਹੀਂ ਖੋਲਣੀਆਂ, ਨੋ ਆਈ ਵੋਂਟ ਓਪਨ ਮਾਈ ਆਈਜ਼, ਭਈ ਫਿਰ ਹਨੇਰੇ ਚੋਂ ਕਿਵੇਂ ਬਾਹਰ ਆਏਗਾ? ਜਿਹੜੀ ਆ ਬਾਤ ਕੀਤੀ ਨਾ ਗੁਰੂ ਸਾਹਿਬ ਨੇ, ਗੁਰਮਤੀ ਘਟ ਚਾਨਣ ਹੋਵਾ। ਹੌਲੀ ਹੌਲੀ ਮੱਤ ਆਉਂਦੀ ਹੈ, ਗੁਰੂ ਵਿਜ਼ਡਮ ਦੇ ਨਾਲ ਇਨਲਾਈਟਡ ਕਰਦਾ ਆ। ਮੱਤ ਇੰਨੀ ਮੈਚਿਓਰ ਅਤੇ ਪਿਓਰ ਹੋ ਜਾਂਦੀ ਹੈ, ਵੱਡੀ ਹੋ ਜਾਂਦੀ ਹੈ, ਬੰਦੇ ਨੂੰ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਉਸ ਸਮਝ ਦੇ ਜ਼ਰੀਏ ਜਿਹੜਾ ਉਹ ਅਮਲ ਕਰਦਾ ਆ ਉਹ ਸੁੱਖ ਦਿੰਦਾ ਆ। ਇਸ ਨੂੰ ਸਾਹਿਬ ਨੇ ਕਿਹਾ ਕਿ ਗੁਰਮਤੀ ਘਟ ਚਾਨਣ ਹੋਵਾ, ਪ੍ਰਭ ਰਵ ਰਿਹਾ ਸਭ ਥਾਈਂ। ਬਾਕੀ ਪ੍ਰਭੂ ਉਹ ਤਾਂ ਬਸ ਕੋਈ ਸਪੈਸ਼ਲ ਤੁਸੀਂ ਕੋਈ ਮੰਦਰ ਲੱਭੋਗੇ, ਕੋਈ ਸਪੈਸ਼ਲ ਜਗ੍ਹਾ ਲੱਭੋਗੇ, ਦਿਵਾਲਿਆ ਲੱਭੋਗੇ ਨਾ ਭਾਈ, ਉਹ ਤੇ ਰਵ ਰਿਹਾ, ਰਵਣ ਕਰਕੇ ਬੈਠਾ। ਇਹੀ ਮੱਤ ਨੇ ਸਿਖਾਤਾ, ਉਹਨੂੰ ਕਿੱਥੇ ਲੱਭਣ ਜਾਵਾਂਗਾ? ਅਗਲਾ ਬਚਨ ਲਿਖਿਆ ਸਾਹਿਬ ਨੇ ਇਹਦੇ 'ਚ, ਸਭ ਜ਼ਿਕਰ ਕਰਦੇ ਕਿ ਪ੍ਰਭ ਰਵ ਰਿਹਾ ਸਭ ਥਾਈਂ ਰਾਮ, ਪ੍ਰਭ ਰਵ ਰਿਹਾ ਸਭ ਥਾਈਂ ਮਨ ਵਸਾਈ, ਪੂਰਬ ਲਿਖਿਆ ਪਾਇਆ। ਫਿਰ ਬਾਤ ਆ ਗਈ, ਪ੍ਰਭੂ ਹਰ ਥਾਂ ਤੇ ਰਵੇ ਹੋਏ ਨੂੰ ਮਨ ਵਿੱਚ ਵਸਾਇਆ, ਪਰ ਵਸਾਇਆ ਉਸ ਤਰੀਕੇ ਨਾਲ ਪੂਰਬ ਲਿਖਿਆ ਪਾਇਆ। ਕੋਈ ਪੁਰਬਲਾ ਸੰਸਕਾਰ ਜ਼ੋਰ ਪਾ ਗਿਆ। ਇਸ ਤਰ੍ਹਾਂ ਕਹਿ ਲਓ ਕਿ ਜਿਹੜੇ ਸਾਡੇ ਅਮਲ ਨੇ ਨਾ, ਇਹਨਾਂ ਦਾ ਜਮਾ ਘਟਾ ਜਿੰਨਾ ਮਰਜ਼ੀ ਕਰ ਲਈਏ, ਅਖੀਰ ਜ਼ੀਰੋ ਹੋ ਜਾਏਗਾ ਰਿਜ਼ਲਟ। ਲੋਕ ਹੈਗੇ ਨੇ ਪਾਠ ਕਰਕੇ, ਜਿਵੇਂ ਕਈ ਵਾਰ ਕਿਹਾ ਜਾਂਦਾ ਕੁਝ ਨੇ ਪਾਠ ਕਰਕੇ ਗਵਾਤਾ, ਕੁਝ ਨੇ ਬਿਨਾਂ ਕੀਤਿਆਂ ਸਮਾਂ ਗਵਾਤਾ। ਇੱਕੋ ਚੀਜ਼ ਹੈ। ਕਹਿੰਦੇ ਨੇ ਅਸੀਂ ਕਈ ਵਾਰੀ, ਚਲੋ ਜਿਹਨੇ ਕੀਤਾ ਪਾਠ, ਅਟੈਂਪਟ ਤੇ ਕੀਤਾ, ਐਟਲੀਸਟ ਐਫਰਟ ਤੇ ਪਾਈ, ਟਰਾਈ ਤੇ ਕੀਤੀ। ਜਿਵੇਂ ਮੈਂ ਕਈ ਵਾਰੀ ਬੇਨਤੀ ਕਰਦਾ ਕਿ ਸਮ ਪੀਪਲ ਈਵਨ ਫੇਲ ਇਨ ਟਰਾਈਂਗ ਐਨੀਥਿੰਗ, ਬਟ ਸਮ ਪੀਪਲ ਟਰਾਈ ਐਂਡ ਦੈਨ ਗੈਟ ਫੇਲ, ਇਟਸ ਓਕੇ, ਐਟਲੀਸਟ ਐਕਸੈਪਟੇਬਲ ਹੈ, ਭਾਈ ਐਫਰਟ ਤੇ ਪਾਈ। ਪਰ ਕਈ ਵਾਰ ਇਹ ਹੁੰਦਾ ਕਿ ਤੁਸੀਂ ਐਫਰਟ ਪਾਉਂਦੇ ਹੋ ਤੇ ਐਫਰਟ ਨੂੰ ਕਹਿ ਲਿਆ ਵੀ ਜ਼ੀਰੋ ਹੀ ਹੈ, ਕਿ ਇਹਦੇ 'ਚ ਕੀ ਫਰਕ ਪੈਣਾ? ਭਾਈ ਜ਼ੀਰੋ ਦੀ ਵੀ ਬੜੀ ਵੈਲਿਊ ਹੈ। ਉਦੋਂ ਜਦੋਂ ਕਿਤੇ ਉਹਦੇ ਅਗਲੇ ਪਾਸੇ ਇਨ ਫਰੰਟ ਆਫ ਦੈਟ ਜ਼ੀਰੋ ਵੀ ਹੈਵ ਐਨੀ ਨੰਬਰ, ਉਹ 1 ਵੀ ਹੋ ਸਕਦਾ ਹੈ, ਉਹ 9 ਵੀ ਹੋ ਸਕਦਾ ਹੈ। ਜੇ ਇੱਕ ਜ਼ੀਰੋ ਦੇ ਅੱਗੇ 1 ਲੱਗ ਗਿਆ 10 ਹੋ ਗਿਆ, ਜੇ 9 ਲੱਗ ਗਿਆ 90 ਹੋ ਗਏ। ਇਹ ਹੈ ਪੂਰਬ ਲਿਖਿਆ। ਬੰਦਾ ਐਫਰਟ ਪਾਏ ਤਾਂ ਕੋਈ ਪੁਰਬਲਾ ਸੰਸਕਾਰ ਵੀ ਅੰਦਰ ਹੋਏ, ਜਾਗ ਜਾਏ। ਇਹ ਕਰਮ ਖੰਡ ਹੈ ਐਕਚੁਅਲੀ ਲੈਵਲ ਤੇ, ਤਰਸ ਦੀ ਇੱਕ ਹਾਲਤ ਆ ਜਿਹੜੀ ਕੁਦਰਤ ਕਰਦੀ ਹੈ। ਸਾਹਿਬ ਨੇ ਕਿਹਾ ਜਦੋਂ ਕਿਤੇ ਇਹੋ ਜਿਹੀ ਬਾਤ ਬਣ ਜਾਂਦੀ ਹੈ, ਪੂਰਬ ਲਿਖਿਆ ਪਾਇਆ, ਸੇਜ ਸੁਖਾਲੀ ਮੇਰੇ ਪ੍ਰਭਾਣੀ, ਸੱਚ ਸ਼ਿੰਗਾਰ ਬਣਾਇਆ। ਫਿਰ ਸੱਚੀ ਸੇਜ ਤੇ ਸੱਚਾ ਸ਼ਿੰਗਾਰ ਦੋਨੋਂ ਮਿਲ ਜਾਂਦੇ ਨੇ। ਇੱਕ ਐਸੀ ਸਟੇਟ ਆਫ ਮਾਈਂਡ ਤੇ ਇੱਕ ਐਸਾ ਹੀ ਜੀਵਨ ਜਾਚ ਜਿਹੜੀ ਦੋਵੇਂ ਸੁੱਖ ਦਿੰਦੇ। ਬੰਦੇ ਦੀ ਸਟੇਟ ਆਫ ਮਾਈਂਡ ਠੀਕ ਆ, ਪਰ ਜੀਵਨ ਹੀ ਇਹੋ ਜਿਹਾ ਰੋਜ਼ ਸਟੇਟ ਆਫ ਮਾਈਂਡ ਤੋਂ ਥੱਲੇ ਆ ਜਾਂਦਾ। ਆਲੇ ਦੁਆਲੇ ਇੰਨੀ ਕੁ ਪੜਵਾਹਟ ਹੈ, ਇੰਨਾ ਕੁ ਔਖਾਪਨ ਹੈ। ਪਰ ਕਈ ਵਾਰ ਇਹ ਹੁੰਦਾ ਹੈ ਕਿ ਸ਼ਿੰਗਾਰ ਵੀ ਐਵੇਂ ਦਾ ਬਣ ਗਿਆ, ਜੀਵਨ ਦਾ ਕਰਮ ਵੀ ਹੈ ਉਸ ਕਿਸਮ ਦਾ, ਆਲੇ ਦੁਆਲੇ ਵੀ ਉਸੇ ਕਿਸਮ ਦਾ, ਅੰਦਰ ਵੀ ਬਿਰਤੀ ਉਹੋ ਜਿਹੀ, ਕਮਾਲ ਹੋ ਗਈ। ਗੁਰੂ ਸਾਹਿਬ ਬਿਆਨ ਕਰਦੇ, ਸੇਜ ਸੁਖਾਲੀ ਮੇਰੇ ਪ੍ਰਭਾਣੀ, ਸੱਚ ਸ਼ਿੰਗਾਰ ਬਣਾਇਆ, ਕਾਮਨ ਨਿਰਮਲ ਹਉਮੈ ਮਲਕ ਹੋਈ, ਗੁਰਮਤਿ ਸੱਚ ਸਮਾਈ। ਇਹੋ ਜਿਹੀ ਕਾਮਣੀ ਮੈਲ ਰਹਿਤ ਹੋ ਗਈ, ਹਉਮੈ ਮਲਕ ਹੋਈ, ਹੰਕਾਰ ਦੀ ਮੈਲ ਲੈ ਗਈ, ਗੁਰਮਤਿ ਸੱਚ ਸਮਾਈ। ਗੁਰੂ ਕੀ ਮਤ ਸਦਕਾ ਸੱਚ ਵਿੱਚ ਸਮਾਨ ਦੇ ਸਮਰੱਥ ਹੋਈ। ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਤ ਪਾਈ। ਇਹ ਨਾਨਕ ਕਹਿ ਇਹੋ ਜਿਹੀ ਕਾਮਣੀ ਨੂੰ ਆਪ ਮਿਲਾਇਆ, ਕਿਉਂਕਿ ਨਾਮ ਨਵੈ ਨਿਤ ਪਾਈ। ਸਭ ਤੋਂ ਵੱਡੀ ਨਿਧ, ਸਭ ਤੋਂ ਵੱਡਾ ਖਜ਼ਾਨਾ ਜਿਹੜਾ 9 ਨਿਧਾਂ ਦਾ ਖਜ਼ਾਨਾ ਨਾਮ, ਉਹ ਕਰਤਾਰ ਨੇ ਤਰਸ ਕਰਕੇ ਨਿਵਾਜ ਦਿੱਤਾ।
ਸਭ ਰਹਿਮਤ ਕਰਨਾ ਇਸੇ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਭਾਰਤ ਵਿੱਚ ਕਿਰਸਾਨੀ ਸੰਘਰਸ਼ ਵਿੱਚ ਡਟੇ ਹੋਏ ਸਮੂਹ ਜੋ ਉੱਥੇ ਕਿਸਾਨ ਮਜ਼ਦੂਰ ਲੋਕ ਕਿਰਤੀ ਲੋਕ ਨੇ, ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਅਸੀਂ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।